ਭਾਗ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਤ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹੀਰਾ ਨਿਜ ਪ੍ਰਕਾਸ਼ ਦਿਖਰਾਵੈ, ਸਰਬ ਰੰਗ ਕੇ ਊਪਰ ਛਾਵੈ। ਫਟਕ ਪ੍ਰਕਾਸ਼ ਪਰਹਿ ਨਹਿ ਕਾਹੂ, ਅੰਤਰ ਇਤੋ ਦੋਹਨ ਕੇ ਮਾਹੂ। ਹੀਰਾ ਨਿਜ ਪ੍ਰਕਾਸ਼ ਦਿਖਰਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਵਰ ਛਤਰ ਤਖਤ ਦੇ ਮਾਲਕ, ਸਮੁੱਚੀ ਮਨੁੱਖਤਾ ਸਰਬ ਕਾਇਨਾਤ ਦੇ ਰਹਿਬਰ, ਦਸਾਂ ਹੀ ਪਾਤਸ਼ਾਹੀਆਂ ਦੀ ਜੋਤ, ਸ਼ਬਦ ਬ੍ਰਹਮ ਸ਼ਬਦ ਦਾ ਅਵਤਾਰ ਸਤਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮੁਬਾਰਕ ਗੋਦ ਦੇ ਅੰਦਰ ਸੱਜੇ ਹੋਏ ਦੀਵਾਨ ਦੀ ਹਾਜ਼ਰੀ ਭਰ ਰਹੀ ਸਤਿਕਾਰਯੋਗ ਸਾਧ ਸੰਗਤ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਹੈ। ਜਿੱਥੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਕਰਕੇ ਸਤਿਗੁਰੂ ਦੇ ਪਾਤਸ਼ਾਹ ਜੀ ਦੇ ਦਰ ਘਰ ਤੋਂ ਖੁਸ਼ੀਆਂ ਅਸੀਸਾਂ ਪ੍ਰਾਪਤ ਕਰ ਰਹੇ ਹੋ। ਇਸ ਦੇ ਨਾਲ ਹੀ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹਾਜ਼ਰੀਆਂ ਭਰਦਿਆਂ ਬੜੇ ਪਿਆਰ ਦੇ ਨਾਲ ਗੁਰਬਾਣੀ ਦਾ ਕੀਰਤਨ ਆਪ ਸਾਰੀ ਸੰਗਤ ਨੇ ਸਰਵਣ ਕੀਤਾ ਹੈ। PTC ਸਿਮਰਨ ਚੈਨਲ ਦੇ ਰਾਹੀਂ ਦੇਸ਼ ਵਿਦੇਸ਼ ਤੋਂ ਗੁਰੂ ਚਰਨਾਂ ਦੇ ਵਿੱਚ ਸਾਰੀ ਹੀ ਸੰਗਤ ਸੁਰਤ ਟਿਕਾ ਕਰਕੇ ਪਾਵਨ ਗੁਰ ਇਤਿਹਾਸ ਦੀ ਕਥਾ ਸਰਵਣ ਕਰਨ ਵਾਸਤੇ ਮਨ ਬਿਰਤੀਆਂ ਚਿੱਤ ਗੁਰੂ ਚਰਨਾਂ ਵਿੱਚ ਟਿਕਾ ਕੇ ਹਾਜ਼ਰੀਨ ਹੋ। ਇਤਿਹਾਸ ਦੀ ਲੜੀ ਦਾ ਪ੍ਰਸੰਗ ਚੱਲ ਰਿਹਾ ਸੀ। ਜਗਤ ਨੂੰ ਤਾਰਨ ਵਾਲੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਪੰਜਵੇਂ ਸਰੂਪ ਸ਼ਹੀਦਾਂ ਦੇ ਸਰਤਾਜ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਇੱਕ ਵਾਰ ਸਾਰੇ ਪਿਆਰ ਨਾਲ ਕਹੋ ਜੀ, ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬਹੁਤ ਸਾਰੇ ਸਿੱਖ ਦੇਸ਼ ਵਿਦੇਸ਼ ਤੋਂ ਪਹੁੰਚ ਕਰਕੇ ਆਪਣੇ ਮਨ ਦੀਆਂ ਸ਼ੰਕਾਵਾਂ ਦੂਰ ਕਰਦੇ ਆ। ਉੱਥੇ ਭਾਈ ਸੂਦ ਸੂਰ ਕਲਿਆਣ ਭਾਵ ਕਲਿਆਣ ਨਾਂ ਦਾ ਸਿੱਖ ਜਿਹੜਾ ਬੜਾ ਸੂਰਮਾ ਸੀ, ਉਹ ਸਤਿਗੁਰ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਆ ਕੇ ਦੱਸਦਾ ਹੈ ਮੈਂ ਬੜਾ ਬਹਾਦਰ ਹਾਂ। ਤਾਂ ਸਤਿਗੁਰ ਪਾਤਸ਼ਾਹ ਮਹਾਰਾਜ ਉਸ ਨੂੰ ਇਹ ਗੱਲ ਦੱਸਦੇ ਨੇ ਕਿ ਬਾਹਰ ਦੇ ਦੁਸ਼ਮਣ ਨੂੰ ਜਿੱਤਣਾ ਅਸਲ ਵਿੱਚ ਕੱਲੀ ਸੂਰਮਤਾ ਹੀ ਨਹੀਂ। ਅਸਲ ਸੂਰਮਾ ਉਹ ਹੈ ਜਿਹੜਾ ਮਨ ਦੇ ਅੰਦਰ ਦੇ ਵਿਕਾਰਾਂ ਨੂੰ ਤੇ ਖਾਸ ਕਰਕੇ ਮਨ ਨੂੰ ਜਿੱਤ ਕੇ ਇਹਦੇ ਤੇ ਕਾਬੂ ਪਾ ਲਵੇ। ਇਸੇ ਤਰੀਕੇ ਨਾਲ ਭਾਈ ਲੱਧਾ ਜੀ ਪਰਉਪਕਾਰੀ, ਭਾਈ ਬੁੱਧੂ ਅਤੇ ਨਾਲ ਹੀ ਭਾਈ ਲੱਖੂ ਪਟੋਲੀ ਆਦਿਕ ਸਿੱਖਾਂ ਦਾ ਜ਼ਿਕਰ ਜਿਹੜਾ ਸੀ ਇਤਿਹਾਸ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਕਿ ਕਿਵੇਂ ਭਾਈ ਬੁੱਧੂ ਦਾ ਆਵਾ ਭਾਵੇਂ ਕੱਚਾ ਰਿਹਾ, ਪਰ ਸਤਿਗੁਰੂ ਪਾਤਸ਼ਾਹ ਜੀ ਦੀ ਅਸੀਸ ਭਾਈ ਲੱਖੂ ਰਾਹੀਂ ਇਹ ਬਚਨ ਸਤਿਗੁਰਾਂ ਨੇ ਪ੍ਰੇਰਨਾ ਦੇ ਕੇ ਕਢਵਾਏ ਤੇ ਕੱਚੀਆਂ ਇੱਟਾਂ ਵੀ ਉਹਦੀਆਂ ਜਿਹੜੀਆਂ ਸੀ ਪੱਕਿਆਂ ਦੇ ਭਾਅ ਵਿਕ ਗਈਆਂ ਸਨ। ਇਸੇ ਤਰ੍ਹਾਂ ਸਤਿਗੁਰ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਚਾਰ ਸਿੱਖ ਜਿਨ੍ਹਾਂ ਦੇ ਵਿੱਚੋਂ ਜ਼ਿਕਰ ਆਉਂਦਾ ਹੈ, ਇੱਕ ਭਾਈ ਤੀਰਥ ਜੀ, ਦੂਸਰੇ ਭਾਈ ਮੂਲਾ ਬੇਰੀ ਜੀ, ਤੀਸਰਾ ਸਿੱਖ ਭਾਈ ਮੁਕੰਦਾ ਤੇ ਚੌਥਾ ਸਿੱਖ ਭਾਈ ਨਿਹਾਲੂ ਜੋ ਸੁਨਿਆਰਾ ਸੀ। ਚਾਰੇ ਸਤਿਗੁਰੂ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਦੇ ਕੋਲ ਹਜ਼ੂਰ ਕੋਲ ਆਏ। ਨਤਮਸਤਕ ਹੋ ਕਰਕੇ ਸਤਿਗੁਰਾਂ ਦੇ ਚਰਨਾਂ ਵਿੱਚ ਉਹਨਾਂ ਨੇ ਬੇਨਤੀ ਕਰਕੇ ਸਵਾਲ ਕੀਤਾ, ਪਾਤਸ਼ਾਹ ਆਪ ਜੀ ਦੇ ਬਹੁਤ ਸਾਰੇ ਸਿੱਖ ਬਾਣੀ ਪੜ੍ਹਦੇ ਨੇ, ਕੀਰਤਨ ਕਰਦੇ ਨੇ, ਕਥਾ ਕਰਦੇ ਨੇ। ਗਰੀਬ ਨਵਾਜ ਸਤਿਗੁਰੂ ਕਈ ਐਸੇ ਸਿੱਖ ਨੇ ਜਿਨ੍ਹਾਂ ਦੇ ਕੋਲੋਂ ਬਾਣੀ ਸੁਣ ਕੇ ਮਨ ਇੱਕਦਮ ਦਰਵ ਜਾਂਦਾ ਹੈ, ਪੰਗਰ ਜਾਂਦਾ ਹੈ, ਪ੍ਰਭਾਵਿਤ ਹੋ ਜਾਂਦਾ ਹੈ, ਜੀਵਨ ਬਦਲ ਜਾਂਦਾ। ਕਈਆਂ ਦੇ ਬਚਨ ਐਸੇ ਨੇ ਕਿ ਬਚਨ ਤੇ ਕੰਨਾਂ ਨਾਲ ਸਰਵਣ ਕਰੀਦੇ ਹੈ ਪਰ ਉਹਨਾਂ ਦਾ ਕਿਸੇ ਤੇ ਅਸਰ ਨਹੀਂ ਹੋਇਆ ਕਰਦਾ। ਸਤਿਗੁਰੂ ਪਾਤਸ਼ਾਹ ਮਹਾਰਾਜ ਐਸਾ ਕਿਉਂ?
ਤਾਂ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਉੱਥੇ ਉਦਾਹਰਣ ਦੇ ਕਰਕੇ ਸਮਝਾਉਂਦੇ ਨੇ ਕਿ ਭਾਈ ਜਿਸ ਤਰੀਕੇ ਦੇ ਨਾਲ ਇੱਕ ਹੀਰਾ ਹੈ ਤੇ ਦੂਸਰੇ ਪਾਸੇ ਇੱਕ ਫਟਕ ਹੈ। ਫਟਕ ਇੱਕ ਖਾਸ ਪ੍ਰਕਾਰ ਦਾ ਪੱਥਰ ਹੈ, ਜਿਹੜਾ ਪੱਥਰ ਉਹ ਜਿਹੜਾ ਚਮਕਦਾ ਹੋਇਆ ਸੀਸੇ ਵਾਂਗੂ ਸਾਫ਼ ਨਜ਼ਰ ਆਉਂਦਾ ਹੈ, ਜਿਹਨੂੰ ਕ੍ਰਿਸਟਲ ਵੀ ਆਖਿਆ ਜਾਂਦਾ ਹੈ ਕਿ ਉਹ ਕਈ ਵਾਰ ਬਾਹਰੋਂ ਰੋਸ਼ਨੀ ਉਹਦੇ ਤੇ ਪਵੇ ਤੇ ਚਮਕਦਾ ਹੈ। ਪਰ ਜਿੰਨਾ ਫਰਕ ਹੀਰੇ ਦੇ ਵਿੱਚ ਤੇ ਉਸ ਬਿਲੌਰ ਫਟਕ ਪੱਥਰ ਦੇ ਵਿੱਚ ਹੈ, ਇਸੇ ਤਰੀਕੇ ਦੇ ਨਾਲ ਇੱਕ ਉਹ ਸਿੱਖ ਨੇ ਜਿਹੜੇ ਹੀਰੇ ਵਰਗੇ ਨੇ ਤੇ ਇੱਕ ਸਿੱਖ ਬਿਲੌਰ ਭਾਵ ਫਟਕ ਉਸ ਪੱਥਰ ਵਰਗੇ ਹਨ। ਇਹਨਾਂ ਦੋਵਾਂ ਦਾ ਕਿਵੇਂ ਅੰਤਰ ਕਰਕੇ ਸਤਿਗੁਰੂ ਪਾਤਸ਼ਾਹ ਸਮਝਾਉਂਦੇ ਹੈ। ਜਿਵੇਂ ਸਤਿਗੁਰਾਂ ਨੇ ਗੁਰਮੁਖ ਸਿੱਖ ਮਨਮੁਖ ਉਹਨਾਂ ਦੇ ਜੀਵਨ ਦੀਆਂ ਅਵਸਥਾਵਾਂ ਬਿਆਨ ਕੀਤੀਆਂ ਨੇ, ਉਹ ਸਿੱਖਾਂ ਦੇ ਸਵਾਲ ਦਾ ਉੱਤਰ ਦੇ ਕੇ ਸਮਝਾਉਂਦੇ ਆ। ਤੇ ਨਾਲ ਹੀ ਕਿਵੇਂ ਅੱਗੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਸ਼ਮੀਰ ਦੀ ਧਰਤੀ ਦੇ ਉੱਪਰ ਗੁਰਮੁਖੀ ਬਾਣੀ ਦੀ ਵਡਿਆਈ ਨੂੰ ਪ੍ਰਗਟ ਕੀਤਾ ਹੈ। ਇਹ ਇਤਿਹਾਸ ਦਾ ਪ੍ਰਸੰਗ ਅੱਜ ਆਪ ਜੀ ਨੇ ਸਰਵਣ ਕਰਨਾ ਹੈ। ਉਸ ਤੋਂ ਪਹਿਲਾਂ ਮਨ ਬਿਰਤੀਆਂ ਗੁਰੂ ਕੇ ਚਰਨਾਂ ਵਿੱਚ ਟਿਕਾਈਏ ਤੇ ਸਾਰੇ ਪਿਆਰ ਨਾਲ ਰਸਨਾ ਤੋਂ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹੀਰਾ ਨਿਜ ਪ੍ਰਕਾਸ਼ ਦਿਖਰਾਵੈ। ਸਤਿਗੁਰੂ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਉਹਨਾਂ ਚਾਰੇ ਸਿੱਖਾਂ ਦੇ ਸਵਾਲ ਕਿ ਕਿਵੇਂ ਕਈਆਂ ਦੇ ਬਚਨ ਮਨ ਤੇ ਅਸਰ ਪਾਉਂਦੇ ਹੈ ਤੇ ਕਈਆਂ ਦੇ ਬਚਨਾਂ ਦਾ ਮਨ ਤੇ ਅਸਰ ਨਹੀਂ ਪੈਂਦਾ, ਕਾਰਨ ਕੀ? ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਕਈ ਹੀਰੇ ਵਰਗੇ ਨੇ, ਕਈ ਫਟਕ ਵਰਗੇ ਨੇ, ਬਿਲੌਰ ਵਰਗੇ। ਜਿਵੇਂ ਹੀਰਾ ਹੈ, ਹੀਰਾ ਆਪਣਾ ਪ੍ਰਕਾਸ਼ ਉਹਦਾ ਆਪਣਾ ਹੋਇਆ ਕਰਦਾ ਹੈ, ਹਨੇਰੇ ਵਿੱਚ ਵੀ ਰੱਖ ਦਿਆਂਗੇ ਤੇ ਉਹ ਚਮਕਾਂ ਮਾਰਦਾ ਹੈ। ਹੀਰਾ ਆਪਣੇ ਪ੍ਰਕਾਸ਼ ਦੇ ਕਰਕੇ ਹਰ ਇੱਕ ਦੇ ਉੱਪਰ ਆਪਣਾ ਅਸਰ ਪਾਉਂਦਾ ਹੈ। ਸਰਬ ਰੰਗ ਕੇ ਉੱਪਰ ਛਾਵੈ। ਜਿਤਨੇ ਵੀ ਰੰਗ ਨੇ ਨਾ, ਉਹਨਾਂ ਸਾਰਿਆਂ ਰੰਗਾਂ ਦੇ ਉੱਪਰ ਹੀਰੇ ਦਾ ਆਪਣਾ ਪ੍ਰਭਾਵ ਪੈ ਜਾਂਦਾ ਹੈ। ਹੀਰੇ ਉੱਪਰ ਕਿਸੇ ਹੋਰ ਰੰਗ ਦਾ ਪ੍ਰਭਾਵ ਨਹੀਂ। ਆਮ ਪੱਥਰ ਕਿਸੇ ਰੰਗ ਕਰਕੇ ਕਿਸੇ ਰੋਸ਼ਨੀ ਕਰਕੇ ਚਮਕਦੇ ਹੈ, ਪਰ ਹੀਰੇ ਦੀ ਆਪਣੀ ਰੋਸ਼ਨੀ ਹੈ, ਆਪਣਾ ਪ੍ਰਕਾਸ਼ ਹੈ ਤੇ ਸਾਰੇ ਰੰਗਾਂ ਦੇ ਉੱਪਰ ਉਹ ਆਪਣੀ ਰੋਸ਼ਨੀ ਕਰਕੇ ਆਪਣਾ ਪ੍ਰਭਾਵ ਪਾ ਲੈਂਦਾ ਹੈ। ਫਟਕ ਪ੍ਰਕਾਸ਼ ਪਰੇ ਨਹਿ ਕਾਹੂ। ਪਰ ਜਿਹੜਾ ਫਟਕ ਹੈ, ਬਿਲੌਰ ਹੈ, ਕ੍ਰਿਸਟਲ ਹੈ, ਇਹ ਜਿਹੜਾ ਹੈ ਇਹਦਾ ਕਿਸੇ ਦੇ ਉੱਪਰ ਆਪਣਾ ਅਸਰ ਨਹੀਂ ਪਿਆ ਕਰਦਾ, ਇਹਦਾ ਆਪਣਾ ਪ੍ਰਕਾਸ਼ ਨਹੀਂ ਹੈ। ਅੰਤਰ ਇਤੋ ਦੋਹਨ ਕੇ ਮਾਹੂ। ਚੇਤੇ ਰੱਖਣਾ ਇਸੇ ਤਰੀਕੇ ਦੇ ਨਾਲ ਇਹ ਦੋਹਾਂ ਦੇ ਵਿੱਚ ਜਿਹੜਾ ਇਹ ਫਰਕ ਹੈ, ਇਹਨੂੰ ਇਵੇਂ ਕਰਕੇ ਸਮਝੋ। ਤਿਮ ਗੁਰਮੁਖ ਕੀ ਕਰੋ ਪਛਾਨ। ਇਸੇ ਤਰ੍ਹਾਂ ਜਿਵੇਂ ਹੀਰੇ ਦੇ ਵਿੱਚ ਤੇ ਫਟਕ ਬਿਲੌਰ ਪੱਥਰ ਦੇ ਵਿੱਚ ਫਰਕ ਹੈ, ਇਸੇ ਤਰ੍ਹਾਂ ਗੁਰਮੁਖ ਮਨੁੱਖ ਦੇ ਜੀਵਨ ਦੀ ਤੁਸੀਂ ਪਹਿਚਾਣ ਕਰਨਾ ਕਰੋ। ਜਿਸ ਸੰਗਤ ਮਹਿ ਕਰਹਿ ਬਖਾਨ। ਜਿਹੜਾ ਗੁਰਮੁਖ ਮਨੁੱਖ ਹੈ, ਜਿਹਦਾ ਮੁਖ ਹਮੇਸ਼ਾ ਗੁਰੂ ਵਾਲੇ ਪਾਸੇ ਰਹਿੰਦਾ ਹੈ, ਜਿਹੜੀ ਸੁਰਤ ਹਮੇਸ਼ਾ ਗੁਰੂ ਦੇ ਨਾਲ ਜੁੜੀ ਰਹਿੰਦੀ ਹੈ, ਅਜਿਹਾ ਜਿਹੜਾ ਗੁਰਮੁਖ ਹੈ, ਜਿਸ ਵੀ ਸੰਗਤ ਦੇ ਵਿੱਚ ਜਾਂਦਾ ਹੈ, ਸੰਗਤ ਵਿੱਚ ਜਾ ਕੇ ਭਾਵੇਂ ਉਹ ਚੰਗਿਆਂ ਦੀ ਸੰਗਤ ਵਿੱਚ ਜਾਵੇ, ਚਾਹੇ ਉਹ ਮੰਦਿਆਂ ਦੀ ਸੰਗਤ ਵਿੱਚ ਜਾਵੇ, ਜਿੱਥੇ ਵੀ ਜਾ ਕੇ ਉਹ ਬਖਿਆਨ ਕਰਦਾ ਹੈ। ਤਿਨ ਕੋ ਤੇਜ ਸਭਨ ਪਰ ਛਾਵੈ। ਕਹਿੰਦੇ ਉਹਦਾ ਜਿਹੜਾ ਤੇਜ ਹੈ ਨਾ, ਆਪਣੀ ਕਮਾਈ ਦੇ ਕਰਕੇ ਉਹਦੇ ਜੀਵਨ ਦਾ ਪ੍ਰਭਾਵ ਚੰਗਿਆਂ ਤੇ ਅਸਰ ਹਮੇਸ਼ਾ ਪੈਂਦਾ ਹੀ ਹੈ। ਜਿਹੜੇ ਮਾੜੇ ਨੇ ਉਹਨਾਂ ਦੇ ਉੱਪਰ ਵੀ ਉਹ ਆਪਣਾ ਪ੍ਰਭਾਵ ਪਾ ਲੈਂਦਾ ਹੈ, ਆਪਣਾ ਤੇਜ ਉਹਨਾਂ ਤੇ ਵੀ ਪ੍ਰਭਾਵ ਪਾਉਂਦਾ ਹੈ। ਕਿਉਂਕਿ ਸਦਾ ਸੋ ਸੱਚ ਕਮਾਵੈ। ਉਹਦੇ ਅੰਦਰ ਦਾ ਜਿਹੜਾ ਤੇਜ ਹੈ, ਅਸਲ ਦੇ ਵਿੱਚ ਸੱਚ ਦੀ ਕਮਾਈ ਕਰਕੇ ਉਹਦੇ ਜੀਵਨ ਵਿੱਚ ਸੱਚ ਹੈ, ਕਿਉਂਕਿ ਜੋ ਕਹਿੰਦਾ ਹੈ ਉਹ ਕਰਦਾ ਹੈ। ਇਹ ਨਹੀਂ ਕਿ ਕਿਸੇ ਨੂੰ ਕਹਿ ਰਿਹਾ ਹੋਵੇ ਕਿ ਕ੍ਰੋਧ ਨਾ ਕਰੋ ਤੇ ਆਪ ਆਪਣੇ ਜੀਵਨ ਦੇ ਵਿੱਚ ਕ੍ਰੋਧ ਦੇ ਨਾਲ ਭਰਿਆ ਹੋਵੇ। ਜਿਵੇਂ ਭਾਈ ਸੁਥਰੇ ਸ਼ਾਹ ਜੀ ਦਾ ਜ਼ਿਕਰ ਆਉਂਦਾ ਹੈ ਕਿ ਇੱਕ ਸਾਧੂ ਨੂੰ ਵੇਖਿਆ, ਓਮ ਸ਼ਾਂਤੀ ਦਾ ਜਾਪ ਉਹ ਕਰ ਰਿਹਾ ਸੀ ਤੇ ਸ਼ਾਂਤੀ ਸ਼ਾਂਤੀ ਜਪਣ ਵਾਲੇ ਦੇ ਕੋਲ ਜਾਂਦੇ ਨੇ, ਵੇਖਦੇ ਨੇ ਸਾਰੇ ਸਰੀਰ ਦੇ ਉੱਪਰ ਉਹਨੇ ਸਵਾਹ ਮਲੀ ਹੋਈ, ਤੇ ਮਲੀ ਹੋਈ ਸਵਾਹ ਨੂੰ ਵੇਖ ਕਰਕੇ ਹੌਲੀ ਜਿਹਾ ਹੱਥ ਲਾ ਕੇ ਵੇਖਦੇ ਨੇ ਇਹ ਕੀ ਹੈ। ਉਹ ਅੱਗੋਂ ਸੰਨਿਆਸੀ ਜੋਗੀ ਕਹਿੰਦਾ ਜੀ ਇਹ ਮੈਂ ਵਿਭੂਤੀ ਮਲੀ ਹੋਈ ਹੈ। ਥੋੜੀ ਕਿ ਦੇਰ ਬਾਅਦ ਨਾਲੇ ਉਹ ਸ਼ਾਂਤੀ ਸ਼ਾਂਤੀ ਦਾ ਜਾਪ ਕਰਦਾ ਹੈ, ਫਿਰ ਸਵਾਹ ਵੱਲ ਵੇਖਦੇ ਨੇ ਹੱਥ ਲਾ ਕਰਕੇ ਕਿ ਇਹ ਕੀ ਹੈ। ਉਹ ਕਹਿੰਦਾ ਜੀ ਸਵਾਹ ਲੱਗੀ ਹੋਈ ਹੈ।
ਭਾਈ ਸੁਥਰੇ ਸ਼ਾਹ ਤੀਜੀ ਵਾਰ ਫੇਰ ਉਹਦੇ ਸਰੀਰ ਤੇ ਹੱਥ ਲਾ ਕੇ ਮਾੜੀ ਜੀ ਉਂਗਲ ਲਾ ਕੇ ਸਵਾਹ ਨੂੰ ਹਟਾਉਂਦਿਆਂ ਹੋਇਆ ਕਹਿੰਦੇ ਇਹ ਕੀ ਮਲਿਆ ਹੋਇਆ ਹੈ। ਉਹ ਥੋੜਾ ਜਿਹਾ ਉਹਨੂੰ ਗੁੱਸਾ ਆਉਣ ਲੱਗ ਪਿਆ, ਕਹਿੰਦਾ ਵਿਭੂਤੀ ਲੱਗੀ ਹੋਈ, ਇਹ ਸਵਾਹ ਮਲੀ ਹੋਈ। ਨਾਲੇ ਹੁਣ ਗੁੱਸੇ ਦੇ ਵਿੱਚ ਆ ਗਿਆ, ਮੁਖ ਤੋਂ ਸ਼ਾਂਤੀ ਸ਼ਾਂਤੀ ਦਾ ਜਾਪ ਕਰਨ ਵਾਲਾ ਉਹ ਜੋਗੀ ਜਦੋਂ ਫੇਰ ਭਾਈ ਸੁਥਰੇ ਸ਼ਾਹ ਜੀ ਫੇਰ ਉਹਨੂੰ ਪੁੱਛਦੇ ਆਹ ਕੀ ਲਗਾਇਆ ਹੈ, ਤੇ ਉਹ ਗੁੱਸੇ ਵਿੱਚ ਭਰਿਆ ਆਪਣੇ ਹੱਥ ਦਾ ਚਮਟਾ ਲੈ ਕੇ ਤੇ ਭਾਈ ਸੁਥਰੇ ਸ਼ਾਹ ਨੂੰ ਮਾਰਨ ਵਾਸਤੇ ਭੱਜਿਆ। ਭਾਈ ਸੁਥਰੇ ਸ਼ਾਹ ਅੱਗੇ ਅੱਗੇ, ਉਹ ਜੋਗੀ ਮਗਰ ਮਗਰ, ਤੇ ਦੌੜ ਕੇ ਜਾ ਕਰਕੇ ਉਹ ਸਤਿਗੁਰੂ ਛੇਵੇਂ ਪਾਤਸ਼ਾਹ ਦੇ ਹਜ਼ੂਰ ਦੇ ਮਗਰ ਜਾ ਕੇ ਲੁਕ ਗਿਆ ਕਿ ਸਤਿਗੁਰੂ ਪਾਤਸ਼ਾਹ ਮੈਨੂੰ ਬਚਾਓ ਇਸ ਜੋਗੀ ਤੋਂ। ਗਰੀਬ ਨਵਾਜ਼ ਸਤਿਗੁਰੂ ਜੀ ਕਹਿੰਦੇ ਜੋਗੀ ਜੀ ਕੀ ਗੱਲ ਇੰਨੇ ਗੁੱਸੇ ਦੇ ਵਿੱਚ ਕਿਉਂ ਆ ਗਏ ਹੋ? ਕਹਿੰਦੇ ਆ ਤੁਹਾਡਾ ਜਿਹੜਾ ਸਿੱਖ ਹੈ ਬਾਰ-ਬਾਰ ਮੈਨੂੰ ਉਂਗਲਾਂ ਮਾਰਦਾ ਹੈ, ਬਾਰ-ਬਾਰ ਮੇਰੇ ਨਾਲ ਹੁਜਤਾਂ ਕਰਦਾ ਹੈ, ਸ਼ਰਾਰਤਾਂ ਕਰਦਾ ਹੈ, ਬਾਰ-ਬਾਰ ਮੈਨੂੰ ਉਂਗਲ ਮਾਰਦਾ ਹੈ। ਸਤਿਗੁਰੂ ਪਾਤਸ਼ਾਹ ਪੁੱਛਣ ਲੱਗੇ ਭਾਈ ਸੁਥਰਾ ਜੀ ਤੁਸੀਂ ਐਵੇਂ ਕਿਉਂ ਕਰਦੇ ਹੋ? ਕਹਿੰਦੇ ਮੈਂ ਵੇਖਣਾ ਚਾਹੁੰਦਾ ਸੀ ਇਹਦੇ ਸਰੀਰ ਤੇ ਸਵਾਹ ਮਲੀ ਹੈ, ਮੁਖ ਤੋਂ ਸ਼ਾਂਤੀ ਸ਼ਾਂਤੀ ਦਾ ਇਹ ਜਾਪ ਕਰ ਰਿਹਾ, ਤੇ ਜਿਹੜੇ ਸ਼ਾਂਤੀ ਸ਼ਾਂਤੀ ਦਾ ਜਾਪ ਕਰ ਰਿਹਾ ਕਿ ਇਹਦੇ ਅੰਦਰ ਸ਼ਾਂਤੀ ਹੈਗੀ ਵੀ ਹੈ। ਮੈਂ ਸਿਰਫ ਇਹ ਵੇਖਣਾ ਚਾਹੁੰਦਾ ਸੀ, ਕਈ ਵਾਰ ਕਿਤੇ ਸਵਾਹ ਹੁੰਦੀ ਹੈ ਉੱਪਰੋਂ ਠੰਡੀ ਨਜ਼ਰ ਆਉਂਦੀ ਹੈ, ਪਰ ਮਾੜੀ ਜੀ ਸਵਾਹ ਹਟਾ ਕੇ ਵੇਖੀ ਅੰਦਰ ਅੱਗ ਬਲਦੀ ਹੁੰਦੀ ਹੈ। ਤੇ ਮੈਂ ਵੀ ਸੋਚ ਰਿਹਾ ਸੀ ਉੱਪਰੋਂ ਤੇ ਸਵਾਹ ਹੈ, ਅੰਦਰ ਇਹਦੇ ਅੱਗ ਹੈਗੀ ਵੀ ਹੈ ਕਿ ਨਹੀਂ ਹੈਗੀ। ਤੇ ਮੈਂ ਜਦੋਂ 2-3 ਵਾਰੀ ਫੋਲ ਕੇ ਵੇਖਿਆ ਮੁਖ ਤੋਂ ਸ਼ਾਂਤੀ ਸ਼ਾਂਤੀ ਦਾ ਜਾਪ ਕਰ ਰਿਹਾ ਹੈ ਤੇ ਬਾਹਰੋਂ ਸਰੀਰ ਤੇ ਸਵਾਹ ਤੇ ਮਲੀ ਹੈ, ਦੂਜਿਆਂ ਨੂੰ ਠੰਡੇ ਹੋਣ ਦਾ ਦਿਖਾਵਾ ਕਰ ਰਿਹਾ, ਪਰ ਅੰਦਰ ਇਹਦੇ ਅੱਗ ਦੀ ਪ੍ਰਜਵਾਲਾ ਜਿਹੜੀ ਹੈ ਉਸੇ ਤਰੀਕੇ ਨਾਲ ਪ੍ਰਚੰਡ ਹੈ। ਤੇ ਮੈਂ ਤੇ ਸਿਰਫ ਇਹਦੇ ਅੰਦਰ ਦੀ ਅੱਗ ਵੇਖਣ ਵਾਸਤੇ ਇਹਨੂੰ ਉਂਗਲਾਂ ਮਾਰਦਾ ਸਾਂ। ਸੋ ਗੁਰੂ ਸਾਹਿਬ ਕਹਿਣ ਲੱਗੇ ਜੋਗੀ ਜੀ ਤੁਸੀਂ ਮੁਖ ਤੋਂ ਤੇ ਸ਼ਾਂਤੀ ਦਾ ਜਾਪ ਕੀਤਾ ਹੈ, ਪਰ ਮੁਖ ਦੇ ਨਾਲ ਨਾਲ ਸਰੀਰ ਦੇ ਉੱਪਰ ਸਵਾਹ ਵੀ ਮਲੀ ਹੈ, ਪਰ ਸੱਚ ਜਾਣਿਓ ਤੁਹਾਡੇ ਹਿਰਦੇ ਦੇ ਅੰਦਰ ਅਜੇ ਉਹ ਸ਼ਾਂਤੀ ਨਹੀਂ ਪਹੁੰਚੀ। ਮੁਖ ਤੋਂ ਸ਼ਾਂਤੀ ਦੀ ਗੱਲ ਕਰਦੇ ਹੋ ਪਰ ਤੁਹਾਡੇ ਅੰਦਰ ਉਹ ਸ਼ਾਂਤੀ ਸਾਨੂੰ ਨਜ਼ਰ ਨਹੀਂ ਆਉਂਦੀ। ਚੰਗਾ ਹੋਵੇ ਜਿੱਥੇ ਮੁਖ ਤੋਂ ਸ਼ਾਂਤੀ ਦੀ ਗੱਲ ਕਰਦੇ ਹੋ ਤੁਹਾਡੇ ਅੰਦਰ ਵੀ ਉਹ ਸ਼ਾਂਤੀ ਹੋਵੇ, ਤੁਹਾਡੇ ਅੰਦਰ ਵੀ ਉਹ ਸਹਿਜ ਹੋਵੇ। ਇਸੇ ਤਰੀਕੇ ਨਾਲ ਕਿਸੇ ਨੂੰ ਕਹਿ ਦੇਣਾ ਕ੍ਰੋਧ ਨਾ ਕਰੋ ਸੌਖਾ ਹੈ, ਪਰ ਆਪਣੇ ਜੀਵਨ ਦੇ ਵਿੱਚ ਇਹ ਧਾਰਨ ਕਰਨਾ ਬੜਾ ਔਖਾ ਹੈ। ਕਿਸੇ ਨੂੰ ਕਹਿ ਦੇਣਾ ਕਾਮ ਤੋਂ ਬਚੋ, ਲੋਭ ਤੋਂ ਬਚੋ, ਮੋਹ ਤੋਂ ਬਚੋ, ਹੰਕਾਰ ਤੋਂ ਬਚੋ, ਪਰ ਆਪਣੇ ਜੀਵਨ ਦੇ ਵਿੱਚ ਇਹ ਧਾਰਨ ਕਰਨਾ ਕਈ ਵਾਰ ਔਖਾ ਨਜ਼ਰ ਆਉਂਦਾ ਹੈ। ਇਹ ਤੇ ਗੁਰੂ ਹੀ ਕਿਰਪਾ ਕਰੇ, ਇਹਨਾਂ ਪੰਜਾਂ ਤੇ ਕਾਬੂ ਮਨੁੱਖ ਪਾਉਂਦਾ ਹੈ। ਤੇ ਇਹ ਸਿੱਖਾਂ ਨੂੰ ਸਤਿਗੁਰੂ ਪਾਤਸ਼ਾਹ ਕਹਿੰਦੇ ਜਿਹੜਾ ਗੁਰਮੁਖ ਹੁੰਦਾ ਹੈ ਨਾ ਉਹ ਸੱਚ ਦੀ ਕਮਾਈ ਕਰਦਾ ਹੈ, ਉਹਦੀ ਕਥਨੀ ਕਰਨੀ ਇੱਕ ਹੋ ਜਾਇਆ ਕਰਦੀ ਹੈ। ਤੇ ਜਿਹੜਾ ਸੱਚ ਦੀ ਕਮਾਈ ਕਰਦਾ ਹੋਵੇ ਨਾ, ਸੱਚ ਦੇ ਨਾਲ ਜੁੜ ਜਾਵੇ, ਉਹਦਾ ਆਪਣਾ ਇੱਕ ਤੇਜ ਹੁੰਦਾ ਹੈ, ਸੱਚ ਦੀ ਆਪਣੀ ਇੱਕ ਤਾਕਤ ਹੈ, ਤੇ ਉਸ ਸੱਚ ਦੀ ਤਾਕਤ ਕਰਕੇ ਉਹ ਸਾਰਿਆਂ ਤੇ ਆਪਣਾ ਅਸਰ ਪਾਉਂਦਾ ਹੈ। ਜੇ ਨਰ ਹੌਰੇ ਅਰ ਕੁਰਿਆਰੇ। ਦੂਜੇ ਪਾਸੇ ਜਿਹੜੇ ਮਨੁੱਖ ਹੌਲੇ ਨੇ ਤੇ ਕੂੜੇ ਨੇ, ਮੁਖ ਤੋਂ ਗੱਲਾਂ ਕਰਦੇ ਨੇ ਪਰ ਜੀਵਨ ਵਿੱਚ ਕਮਾਈ ਨਹੀਂ ਹੈ। ਸੋ ਕੁਸੰਗ ਮਹਿ ਬਨਹਿ ਉਦਾਰੇ। ਉਹ ਕੁਸੰਗ ਵਿੱਚ ਭੈੜੀ ਸੰਗਤ, ਖੋਟਿਆਂ ਦੀ ਸੰਗਤ ਵਿੱਚ ਹੀ ਵੱਡੇ ਹੁੰਦੇ ਹਨ। ਸ਼ੁਭ ਨਰ ਪਰ ਤੇ ਛਾਏ ਨਾ ਤੇਜ। ਪਰ ਜਿਹੜੀ ਖੋਟਿਆਂ ਦੀ ਸੰਗਤ ਹੈ ਉਹ ਹੌਲਿਆਂ ਦੇ ਉੱਪਰ, ਖਾਲੀਆਂ ਦੇ ਉੱਪਰ, ਜਿਹੜਾ ਅੰਦਰੋਂ ਹੀ ਖਾਲੀ ਹੈ, ਖੋਖਲਾ ਹੈ, ਉਹਦੇ ਵਿੱਚ ਤੇ ਕੋਈ ਵੀ ਚੀਜ਼ ਪਾਈ ਜਾ ਸਕਦੀ। ਤੇ ਜਿਹਦੇ ਅੰਦਰ ਪਹਿਲਾਂ ਹੀ ਕੁਝ ਨਾ ਕੁਝ ਭਰਿਆ ਹੋਵੇ, ਸ਼ੁਭ ਗੁਣਾਂ ਦਾ ਖਜ਼ਾਨਾ ਭਰਿਆ ਹੋਵੇ, ਉਹਦੇ ਵਿੱਚ ਫਿਰ ਬਾਹਰੋਂ ਕੋਈ ਚੀਜ਼ ਨਹੀਂ ਪੈਂਦੀ। ਜਿਹੜਾ ਅੰਦਰੋਂ ਖਾਲੀ ਹੋਵੇ, ਜਿਹੜਾ ਅੰਦਰੋਂ ਹੌਲਾ ਹੋਵੇ, ਬਾਹਰੋਂ ਗੱਲਾਂ ਤੇ ਨੇ, ਕਥਨੀ ਹੈ ਪਰ ਕਰਨੀ ਨਹੀਂ, ਉਹਨਾਂ ਦੇ ਉੱਪਰ ਕਿਸੇ ਦੀ ਵੀ ਖੋਟੀ ਸੰਗਤ ਦਾ ਜਿਹੜਾ ਅਸਰ ਹੋ ਜਾਇਆ ਕਰਦਾ ਹੈ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹ ਇੱਕ ਗੱਲ ਕਿਹਾ ਕਰਦੇ ਹੁੰਦੇ ਸਨ, ਕਹਿੰਦੇ ਜਿਵੇਂ ਕਿਸੇ ਮਨੁੱਖ ਦੇ ਅੰਦਰ ਦੇ ਬੋਲ ਕਿਸੇ ਤੇ ਅਸਰ ਕਰਦੇ ਆ ਤੇ ਕਿਸੇ ਦੇ ਨਹੀਂ ਕਰਦੇ। ਉਹਦਾ ਕਾਰਨ ਕਹਿੰਦੇ ਜਿਵੇਂ ਇੱਕ ਹੁੰਦੀ ਹੈ ਬੰਦੂਕ ਭਰੀ ਹੋਈ, ਬੰਦੂਕ ਦੇ ਅੰਦਰ ਜਦੋਂ ਕਾਰਤੂਸ ਪਿਆ ਹੋਵੇ ਨਾ, ਤੇ ਕਾਰਤੂਸ ਪਾ ਕੇ ਇੱਕ ਤੇ ਟ੍ਰਿਗਰ ਦਬਾ ਕੇ ਬੰਦੂਕ ਨੂੰ ਚਲਾਇਆ ਜਾਂਦਾ, ਤੇ ਇੱਕ ਖਾਲੀ ਉਹਨੂੰ ਲੋਡ ਕਰ ਕਰਕੇ ਟ੍ਰਿਗਰ ਦਬਾ ਕਰਕੇ ਬੰਦੂਕ ਚਲਾਈ ਜਾਂਦੀ। ਕਈ ਵਾਰ ਖਾਲੀ ਬਿਨਾਂ ਭਰਿਆ, ਬਿਨਾਂ ਕਾਰਤੂਸ ਤੋਂ ਜਦੋਂ ਗੋਲੀ ਚਲਾਈ ਜਾਵੇ, ਭਾਵ ਬੰਦੂਕ ਚਲਾਈ ਜਾਵੇ, ਉਹ ਠਾਹ ਕਰਕੇ ਆਵਾਜ਼ ਤੇ ਬੜੀ ਕਰਦੀ ਹੈ, ਪਰ ਉਹ ਖਾਲੀ ਟ੍ਰਿਗਰ ਦਬਾਇਆ ਲੋਡ ਕਰਕੇ ਖਾਲੀ ਚੱਲੀ ਹੋਈ ਬੰਦੂਕ ਕਿਸੇ ਦੇ ਉੱਪਰ ਅਸਰ ਨਹੀਂ ਕਰਦੀ। ਪਰ ਜੇ ਉਹਦੇ ਵਿੱਚ ਕਾਰਤੂਸ ਭਰਿਆ ਹੋਵੇ ਤੇ ਭਰਿਆ ਹੋਇਆ ਕਾਰਤੂਸ ਫੇਰ ਜਦੋਂ ਲੋਡ ਕਰਕੇ ਚਲਾਇਆ ਜਾਵੇ ਤੇ ਜਿਹੜੀ ਉਹ ਗੋਲੀ ਅੰਦਰੋਂ ਨਿਕਲਦੀ ਹੈ ਨਾ, ਫਿਰ ਭਰੀ ਹੋਈ ਬੰਦੂਕ ਦੇ ਵਿੱਚੋਂ ਆਵਾਜ਼ ਭਾਵੇਂ ਥੋੜੀ ਘੱਟ ਵੀ ਭਾਵੇਂ ਕਰ ਦਵੇ, ਪਰ ਜਦੋਂ ਵੀ ਜਿੱਧਰ ਜਾਂਦੀ ਹੈ ਸੀਨਿਆਂ ਨੂੰ ਵਿੰਨਦਿਆਂ ਹੋਇਆਂ ਜਾਂਦੀ। ਇਹਦਾ ਭਾਵ ਜਿਹੜੇ ਅੰਦਰੋਂ
ਸ਼ਬਦ ਬਾਣੀ ਦੇ ਨਾਲ ਭਰਪੂਰ ਹੋ ਕੇ ਆਪ ਗੁਰੂ ਤੇ ਭਰੋਸਾ ਵਿਸ਼ਵਾਸ ਰੱਖ ਕੇ ਕਮਾਈ ਕਰਦੇ ਆ, ਉਹਨਾਂ ਦੇ ਬਚਨਾਂ 'ਚ ਵੀ ਬਰਕਤ ਆ ਜਾਂਦੀ। ਜਿਸ ਕੈ ਅੰਤਰ ਬਸੈ ਨਿਰੰਕਾਰ ਤਿਸ ਕੀ ਸੀਖ ਤਰੈ ਸੰਸਾਰ, ਉਹਨਾਂ ਦੀ ਸਿੱਖਿਆ ਵਿੱਚ ਵੀ ਅਸਰ ਪੈ ਜਾਂਦਾ। ਪਰ ਜਿਹੜੇ ਅੰਦਰੋਂ ਹੌਲੇ ਹੋਣ, ਅੰਦਰੋਂ ਕੂੜੇ ਹੋਣ, ਅੰਦਰ ਜਿਨ੍ਹਾਂ ਦੇ ਭਰੋਸਾ ਤੇ ਵਿਸ਼ਵਾਸ ਆਪ ਨਾ ਹੋਵੇ ਸਾਧ ਸੰਗਤ, ਫਿਰ ਕਹਿੰਦੇ ਇਹੋ ਜਿਹੇ ਮਨੁੱਖ ਜਿਹੜੇ ਨੇ ਉਹਨਾਂ ਤੇ ਕੁਸੰਗ ਦਾ ਅਸਰ ਪੈ ਜਾਂਦਾ ਹੈ। ਪਰ ਜਿਹੜੇ ਸ਼ੁਭ ਗੁਣਾਂ ਦੀ ਕਮਾਈ ਕਰਨ ਵਾਲੇ ਨੇ ਉਹਨਾਂ ਤੇ ਕੁਸੰਗ ਦਾ ਅਸਰ ਨਹੀਂ ਪੈਂਦਾ। ਸਤ ਸੰਗਤ ਕੋ ਜਿਨਹੁ ਮਜੇਜ, ਕਹਿੰਦੇ ਸੰਗਤ ਦੇ ਵਿੱਚ ਆ ਕੇ ਜਿਨ੍ਹਾਂ ਦੇ ਅੰਦਰ ਹੰਕਾਰ ਆ ਗਿਆ, ਹੰਕਾਰ ਵਾਲੇ ਦੇ ਅੰਦਰ ਨਾਮ ਨਹੀਂ ਜੇ ਟਿਕ ਸਕਦਾ। ਚੇਤੇ ਰੱਖਿਓ, ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁੱਖ ਲਾਇਆ। ਜਿੱਥੇ ਮਾਣ ਹੈ ਉੱਥੇ ਨਾਮ ਨਹੀਂ ਹੋਇਆ ਕਰਦਾ, ਤੇ ਜਿੱਥੇ ਨਾਮ ਹੈ ਨਾ, ਸੱਚ ਜਾਣਿਓ, ਜਿਉਂ-ਜਿਉਂ ਕੋਈ ਨਾਮ ਜਪਦਾ ਹੈ, ਨਾਮ ਜਪਦਿਆਂ ਵੀ ਕਈ ਵਾਰ ਮਾਣ ਆਉਣ ਦਾ ਯਤਨ ਕਰਦਾ, ਪਰ ਜਦੋਂ ਕੋਈ ਪਿਆਰ ਨਾਲ ਨਾਮ ਤੇ ਦ੍ਰਿੜ ਰਹਿ ਕਰਕੇ ਪਹਿਰਾ ਦਿੰਦਾ ਹੈ, ਫਿਰ ਮਾਨ ਨੂੰ ਉੱਥੇ ਹੰਕਾਰ ਨੂੰ ਟਿਕਾਉਣ ਵਾਸਤੇ ਕੋਈ ਥਾਂ ਨਹੀਂ ਪ੍ਰਾਪਤ ਹੁੰਦੀ। ਤੇ ਜੇ ਅੰਦਰ ਮਾਣ ਤੇ ਹੰਕਾਰ ਹੋਵੇ ਫਿਰ ਉੱਥੇ ਨਾਮ ਨਹੀਂ ਜੇ ਆ ਕਰਕੇ ਟਿਕਦਾ। ਜਿਹੜਾ ਨਾਮ ਹੈ ਉਹ ਕਹਿੰਦਾ ਪਹਿਲਾਂ ਮਾਣ ਨੂੰ ਕੱਢੋ ਫਿਰ ਆ ਕੇ ਟਿਕਾਂਗਾ, ਪਰ ਮਾਣ ਜਿਹੜਾ ਉਹ ਇਹ ਕਦੀ ਨਹੀਂ ਕਹਿੰਦਾ ਕਿ ਨਾਮ ਨੂੰ ਕੱਢੋ। ਉਹ ਕਹਿੰਦਾ ਤੂੰ ਨਾਮ ਜਪ, ਮੈਂ ਤੇ ਆਪੇ ਆ ਜਾਏਗਾ, ਕਿਉਂਕਿ 4 ਕੁ ਦਿਨ ਜਦੋਂ ਤੂੰ ਜਪਿਆ ਤੂੰ ਹੰਕਾਰ 'ਚ ਕਹਿਣਾ ਮੇਰੇ ਵਰਗਾ ਤੇ ਨਾਮ ਜਪਣ ਵਾਲਾ ਕੋਈ ਨਹੀਂ, ਮੇਰੇ ਵਰਗਾ ਤੇ ਬਾਣੀ ਪੜ੍ਹਨ ਵਾਲਾ ਕੋਈ ਨਹੀਂ, ਮੇਰੇ ਵਰਗਾ ਤੇ ਸਤਸੰਗ ਕਰਨ ਵਾਲਾ ਕੋਈ ਨਹੀਂ। ਤੇ ਜਦੋਂ ਤੂੰ ਇਹ ਮਾਣ ਹੰਕਾਰ ਦੇ ਵਿੱਚ ਪੈ ਜਾਏਗਾ, ਸੱਚ ਜਾਣੀ ਅੰਦਰੋਂ ਫਿਰ ਖਾਲੀ ਤੇ ਖੋਖਲਾ ਹੋ ਜਾਏਗਾ, ਮੈਂ ਆਪਣੀ ਜਗ੍ਹਾ ਬਣਾ ਕੇ ਫਿਰ ਉੱਥੇ ਆ ਕਰਕੇ ਬੈਠ ਜਾਵਾਂਗਾ। ਇਸ ਕਰਕੇ ਜਿੱਥੇ ਨਾਮ ਜਪਣਾ ਹੈ ਉੱਥੇ ਇਹ ਵੀ ਯਤਨ ਕਰਨਾ ਹੈ ਕਿ ਸਤਿਗੁਰੂ ਪਾਤਸ਼ਾਹ ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈਏ ਜੀਓ, ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈਏ। ਜੇ ਪਾਤਸ਼ਾਹ ਜੇ ਤੂੰ ਕਿਰਪਾ ਕਰਦਾ ਏ ਤਾਂ ਹੀ ਨਾਮ ਜਪਿਆ ਜਾ ਸਕਦਾ, ਤੇਰੀ ਕਿਰਪਾ ਤੋਂ ਬਗੈਰ ਨਾਮ ਵੀ ਜਪਿਆ ਨਹੀਂ ਜਾ ਸਕਦਾ। ਇਸ ਕਰਕੇ ਆਪ ਹੀ ਕਿਰਪਾ ਕਰਕੇ ਪਾਤਸ਼ਾਹ ਸਾਡੇ ਤੇ ਤਰੁੱਠ ਕੇ ਬਖਸ਼ਿਸ਼ ਕਰਕੇ ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ। ਇਹੋ ਕਿ ਪਾਤਸ਼ਾਹ ਕਿਰਪਾ ਕਰ ਦਿਓ, ਸਾਨੂੰ ਨਾਮ ਦੀ ਦਾਤ ਬਖਸ਼ੋ ਕਿ ਤੇਰੇ ਨਾਮ ਨਾਲ ਜੁੜੇ ਰਹਿ ਸਕੀਏ। ਜਿਸ ਕੀ ਹਿਰਦੈ ਸ਼ਬਦ ਗੁਰ ਕੀਰਾ, ਸਤਿਗੁਰੂ ਜੀ ਕਹਿਣ ਲੱਗੇ ਭਾਈ ਸਿੱਖੋ, ਜਿਹਦੇ ਹਿਰਦੇ ਵਿੱਚ ਗੁਰੂ ਦਾ ਸ਼ਬਦ ਵਸਦਾ ਹੈ, ਭਇਓ ਪਰਵੇਸ਼ ਮਹਾ ਸੁਖ ਹੀਰਾ, ਇਹ ਸ਼ਬਦ ਤੇ ਸੁੱਖਾਂ ਦਾ ਦਾਤਾ ਹੈ। ਉਹਦੇ ਹਿਰਦੇ ਦੇ ਵਿੱਚ ਇੰਨਾ ਵੱਡਾ ਸੁੱਖ ਆ ਕੇ ਵਸਦਾ ਹੁੰਦਾ, ਉਹ ਤੇ ਸਦਾ ਹੀ ਆਨੰਦ ਦੇ ਵਿੱਚ ਲੀਨ ਰਹਿ ਜਾਂਦਾ, ਕਿਉਂਕਿ ਇਹ ਬਾਣੀ ਦੀ ਬਰਕਤ ਹੈ। ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ, ਇਹ ਸ਼ਬਦ ਦੀ ਵਡਿਆਈ ਹੈ। ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਇਹ ਸ਼ਬਦ ਜਿਹਦੇ ਅੰਦਰ ਆ ਕੇ ਵਸ ਜਾਂਦਾ ਹੈ ਉਹਦਾ ਜੀਵਨ ਤੇ ਆਨੰਦ ਨਾਲ ਭਰਿਆ ਹੋਇਆ ਦੇਖਿਆ ਜਾ ਸਕਦਾ ਹੈ। ਸੋ ਰਸਨਾ ਤੇ ਜਵੈ ਬਖਾਨੈ, ਜਿਹਦੇ ਅੰਦਰ ਸ਼ਬਦ ਹੋਵੇ ਤੇ ਆਪਣੀ ਰਸਨਾ ਤੋਂ ਜਦੋਂ ਸ਼ਬਦ ਦੀ ਕੋਈ ਵਿਚਾਰ ਕਰੇ, ਸਰੋਤਾ ਸੁਨਤ ਸ਼ਾਂਤ ਕੋ ਠਾਨੈ, ਉਹਦੇ ਹਿਰਦੇ ਦੇ ਅੰਦਰ ਦੇ ਅਨੁਭਵ ਦੇ ਕਰਕੇ ਜਦੋਂ ਸ਼ਬਦ ਦੇ ਬੋਲ ਮੁਖ ਚੋਂ ਨਿਕਲਦੇ ਹੈ ਤੇ ਜਿਹੜਾ ਸਰੋਤਾ ਉਹਨਾਂ ਬਚਨਾਂ ਨੂੰ ਸੁਣਦਾ ਹੈ, ਸੁਣਦਿਆਂ ਸਾਰ ਉਹਦਾ ਹਿਰਦਾ ਐ ਠੰਡਾ ਠਾਰ ਸ਼ਾਂਤ ਹੋ ਜਾਂਦਾ ਹੈ। ਤ੍ਰਿਸ਼ਨਾ ਤਪਤ ਤਜੈ ਸੁਖ ਪਾਵੈ, ਕਹਿੰਦੇ ਦੂਸਰੇ ਪਾਸੇ ਜਿਹੜੇ ਤ੍ਰਿਸ਼ਨਾ ਦੀ ਅੱਗ ਹੈ ਇਹ ਮਨੁੱਖ ਦੇ ਅੰਦਰ ਹਮੇਸ਼ਾ ਤਪਤ ਵਰਤਾਉਂਦੀ ਰਹਿੰਦੀ ਹੈ, ਤੇ ਜਦੋਂ ਹਿਰਦੇ ਦੇ ਅੰਦਰ ਇਹ ਸ਼ਬਦ ਦਾ ਨਾਮ ਦਾ ਛੱਟਾ ਵੱਜਦਾ ਹੈ, ਇਹ ਸ਼ਬਦ ਜਿਹਦੇ ਹਿਰਦੇ ਵਿੱਚ ਆ ਕੇ ਵਸਦਾ ਹੈ ਨਾ, ਕਹਿੰਦੇ ਉਹਦੇ ਅੰਦਰ ਦੀ ਤ੍ਰਿਸ਼ਨਾ ਦੀ ਤਪਤ ਬੁੱਝ ਜਾਂਦੀ ਹੈ ਤੇ ਉਹਨੂੰ ਸੁੱਖ ਮਿਲਦਾ ਹੈ। ਸਤ ਸੰਗਤ ਸਿਮਰਨ ਮਨ ਭਾਵੈ, ਕਹਿੰਦੇ ਜਿਹੜਾ ਇਹ ਸ਼ਬਦ ਸੁਣਦਾ ਹੈ ਕਮਾਈ ਵਾਲੇ ਕੋਲੋਂ, ਉਹਦਾ ਫਿਰ ਸਤ ਸੰਗਤ ਦੇ ਵਿੱਚ ਪਰਮੇਸ਼ਰ ਦੇ ਸਿਮਰਨ ਦੇ ਵਿੱਚ ਮਨ ਜੁੜਨ ਲੱਗ ਪੈਂਦਾ ਹੈ। ਲਖੇ ਜੋ ਮਮਤੇ ਬੁੱਧ ਉਤੰਗ, ਇਸ ਕਰਕੇ ਸਾਹਿਬ ਕਹਿੰਦੇ ਚੇਤੇ ਰੱਖਣਾ, ਜਿਹੜੇ ਬਾਰੇ ਵਿੱਚ ਪਤਾ ਲੱਗੇ ਇਹ ਬੁੱਧੀ ਕਰਕੇ ਮੇਰੇ ਨਾਲੋਂ ਉਤੰਗ ਹੈ, ਸਿਆਣਾ ਹੈ, ਸਮਝਦਾਰ ਹੈ, ਇਹਨੂੰ ਗੁਰਮਤਿ ਦੀ ਸਮਝ ਹੈ, ਗੁਰਬਾਣੀ ਦੀ ਜਿਸ ਨੂੰ ਜ਼ਿਆਦਾ ਸਮਝ ਹੈ, ਚਾਹੀਏ ਕਰਿਓ ਤਾਹੇ ਤੁਮ ਸੰਗ, ਤੇ ਸਿੱਖੋ ਯਤਨ ਕਰਿਆ ਕਰੋ ਇਹੋ ਜਿਹੇ ਗੁਰਮੁਖ ਜਿਹੜੇ ਸ਼ਬਦ ਬਾਣੀ ਦੀ ਕਮਾਈ ਕਰਨ ਵਾਲੇ ਨੇ ਉਹਨਾਂ ਦੀ ਸੰਗਤ ਵੱਧ ਤੋਂ ਵੱਧ ਕਰਿਆ ਕਰੋ। ਤਾਂ ਹੀ ਤੇ ਅਸੀਂ ਰੋਜ਼ ਅਰਦਾਸ ਵੀ ਕਰਦੇ ਹਾਂ, ਸਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ, ਸਈ ਪਿਆਰੇ ਮੇਲ ਜਿਨ੍ਹਾਂ ਮਿਲਿਆ
ਤੇਰਾ ਨਾਮ ਚੇਤਾਵੇ। ਇਹੋ ਜਿਹਾਂ ਦੀ ਸੰਗਤ ਵੱਧ ਤੋਂ ਵੱਧ ਕਰਨਾ ਕਰੋ। ਗੁਰ ਬਾਕਨ ਕੋ ਹਿਰਦੈ ਬਸਾਵੈ। ਜਿਹੜਾ ਗੁਰੂ ਕੇ ਬਚਨਾਂ ਨੂੰ ਆਪਣੇ ਹਿਰਦੇ ਵਿੱਚ ਪੂਰਨ ਤੌਰ ਤੇ ਵਸਾਉਂਦਾ ਹੈ। ਜੇ ਆਸ ਨਾਰ ਕੁਸੰਗ ਕਬ ਪਾਵੈ। ਇਹੋ ਜਿਹਾ ਗੁਰੂ ਕੇ ਸ਼ਬਦ ਤੇ ਪਹਿਰਾ ਦੇਣ ਵਾਲਾ, ਗੁਰੂ ਕੇ ਸ਼ਬਦ ਦੀ ਕਮਾਈ ਵਾਲਾ ਅਗਰ ਮਨੁੱਖ ਕਦੀ ਭੁੱਲ ਭੁਲੇਖੇ ਕਿਸੇ ਕੁਸੰਗ ਦੇ ਵਿੱਚ ਚਲਿਆ ਵੀ ਜਾਂਦਾ ਹੈ, ਕਿਤੇ ਮਾੜਿਆਂ ਦੇ ਕੋਲ ਮਾੜਿਆਂ ਦੀ ਸੰਗਤ ਵਿੱਚ ਵੀ ਜਲੇ ਜਾਂਦਾ ਹੈ, ਨਹਿ ਬਿਗੜੈ ਨਿਸ਼ਚਾ ਦ੍ਰਿੜ ਰਹੇ। ਚੇਤੇ ਰੱਖਿਓ ਗੁਰਮੁਖੋ, ਕੋਈ ਸਾਧੂ ਕੋਈ ਭਗਤ, ਕਈ ਵਾਰ ਅਸੀਂ ਵੇਖਦੇ ਹਾਂ ਕੋਈ ਗੁਰਮੁਖ ਬੰਦਾ, ਕੋਈ ਗੁਰਮੁਖ ਪਿਆਰਾ ਕਦੀ ਸ਼ਰਾਬੀ ਕਿਸੇ ਵਿਸ਼ੇ ਵਿਕਾਰੀ ਕੋ ਬੈਠਾ ਹੋਵੇ। ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਲੋਕ ਫੋਟੋਆਂ ਪਾ ਕਰਕੇ ਵਾਇਰਲ ਕਰ ਦਿੰਦੇ। ਚੇਤੇ ਰੱਖਿਓ ਜ਼ਰੂਰੀ ਨਹੀਂ ਕਿ ਉਹ ਬੰਦਾ ਕਿਸੇ ਕੋਲ ਬੈਠਾ ਉਹ ਕਰਮ ਕਰਦਾ ਹੋ ਸਕਦਾ ਹੈ ਜਿਵੇਂ ਸੱਜਣ ਠੱਗ ਪਹਿਲਾਂ ਠੱਗ ਸੀ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਠੱਗ ਨੂੰ ਸੱਜਣ ਬਣਾਉਣ ਵਾਸਤੇ ਗਏ। ਹੋ ਸਕਦਾ ਹੈ ਕੋਈ ਬੰਦਾ ਕਿਸੇ ਸ਼ਰਾਬੀ ਕੋਲ ਬੈਠ ਕੇ ਕੋਈ ਭਜਨੀਕ ਆਤਮਾ ਉਹਨੂੰ ਦੱਸਣ ਵਾਸਤੇ ਗਿਆ ਹੋਵੇ ਕਿ ਜਿਤ ਪੀਤਾ ਮਤ ਦੂਰ ਹੋਏ, ਬਰਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣਈ, ਖਸਮੋਂ ਧੱਕੇ ਖਾਏ, ਉਹਨੂੰ ਸਮਝਾਉਣ ਗਿਆ ਹੋਵੇ ਝੂਠਾ ਮਦ ਮੂਲ ਨਾ ਪੀਚਈ, ਜੇ ਕਾ ਪਾਰ ਵਸਾਏ, ਕਿ ਇਹੋ ਜਿਹੇ ਨਸ਼ਿਆਂ ਤੋਂ ਬਚ ਕੇ ਰਹਿ ਜਿਹਦੇ ਨਾਲ ਤੇਰਾ ਨਾ ਲੋਕ 'ਚ ਭਲਾ ਹੋਣਾ ਹੈ ਨਾ ਪਰਲੋਕ ਦੇ ਵਿੱਚ ਕੁਝ ਸਵਰਨਾ। ਪਰ ਕਵੀ ਉਹਦੇ ਕੋਲ ਬੈਠਿਆਂ, ਕਿਸੇ ਦੇ ਬੈਠਿਆਂ ਧਰਮੀ ਮਨੁੱਖ ਜਿਹੜਾ ਅੰਦਰੋਂ ਸ਼ਬਦ ਦੀ ਕਮਾਈ ਵਾਲਾ, ਅਗਰ ਕਿਤੇ ਕੁਸੰਗਤ ਕਰਨ ਵਾਲੇ ਦੇ ਕੋਲ ਕਿਤੇ ਬੈਠ ਵੀ ਜਾਵੇ, ਜਥਾ ਅਚਲ ਇਕ ਥਲ ਥਿਰ ਅਹੇ। ਕਹਿੰਦੇ ਉਹਦੀ ਇਹ ਅਵਸਥਾ ਹੈ, ਨਹਿ ਬਿਗੜੈ ਨਿਸ਼ਚਾ ਥਿੜ ਰਹੇ। ਉਹਦਾ ਕੁਝ ਨਹੀਂ ਜੇ ਵਿਗੜਦਾ, ਜਿਹੜਾ ਅੰਦਰੋਂ ਪੂਰਾ ਦ੍ਰਿੜ ਹੋਵੇ, ਜਿਹੜਾ ਭਰੋਸਾ ਵਿਸ਼ਵਾਸ ਗੁਰੂ ਤੇ ਹੋਵੇ। ਕਹਿੰਦੇ ਜਿਸ ਤਰੀਕੇ ਨਾਲ ਅਚਲ ਵਸਤੂਆਂ ਹੁੰਦੀਆਂ ਨੇ ਜਿਹੜੀਆਂ ਹਿਲਦੀਆਂ ਨਹੀਂ, ਉਹਨਾਂ ਨੂੰ ਹਿਲਾਉਣਾ ਵੀ ਚਾਹਵੇ ਤੇ ਉਹ ਹਿਲਦੀਆਂ ਨਹੀਂ। ਜਿਹਦਾ ਨਿਸ਼ਚਾ ਗੁਰੂ ਤੇ ਹੋਵੇ, ਸ਼ਬਦ ਤੇ ਭਰੋਸਾ ਹੋਵੇ, ਦੁਨੀਆ ਯਤਨ ਕਰ ਲਵੇ, ਉਹਨਾਂ ਦਾ ਵਿਸ਼ਵਾਸ ਕਦੇ ਨਹੀਂ ਡੋਲਦਾ। ਜਿਨ੍ਹਾਂ ਦੇ ਅੰਦਰ ਪਿਆਰ ਹੋਵੇ ਗੁਰੂ ਦੇ ਪ੍ਰਤੀ, ਸਾਧ ਸੰਗਤ ਚੇਤੇ ਰੱਖ ਲਿਓ, ਉਹਨਾਂ ਨੂੰ ਲਾਲਚ ਨਾਲ ਖਰੀਦਿਆ ਨਹੀਂ ਜੇ ਜਾ ਸਕਦਾ। ਉਹਨਾਂ ਨੂੰ ਡਰਾਵੇ ਦੇ ਨਾਲ ਆਪਣੇ ਈਮਾਨ ਤੋਂ ਡੁਲਾਇਆ ਨਹੀਂ ਜੇ ਜਾ ਸਕਦਾ। ਜਿਹਦੇ ਅੰਦਰ ਭਰੋਸਾ ਹੋਵੇ ਉਹ ਲਾਲਚਾਂ ਅੱਗੇ ਨਹੀਂ ਜੇ ਝੁਕਦੇ, ਉਹ ਡਰਾਵਿਆਂ ਦੇ ਨਾਲ ਨਹੀਂ ਕਦੀ ਕਿਸੇ ਤਰੀਕੇ ਨਾਲ ਤਬਦੀਲ ਹੁੰਦੇ। ਤੇ ਮਾੜੀ ਤੋਂ ਮਾੜੀ ਸੰਗਤ ਵਾਲਾ ਕਿੰਨੀਆਂ ਦਲੀਲਾਂ ਦੇਈ ਜਾਵੇ ਆਪਣੇ ਮਾੜੇ ਕਰਮਾਂ ਨੂੰ ਚੰਗਾ ਦੱਸਣ ਵਾਸਤੇ, ਪਰ ਉਹਦੇ ਤੇ ਕਦੀ ਕਿਸੇ ਮਾੜੀ ਸੰਗਤ ਦਾ ਅਸਰ ਨਹੀਂ ਪੈਂਦਾ ਹੈ। ਜਿਮ ਚੰਦਨ ਬਾਵਨ ਤਰ ਸੀਤਲ। ਇਸ ਤੇ ਸਤਿਗੁਰਾਂ ਨੇ ਬੜਾ ਸੋਹਣਾ ਪ੍ਰਮਾਣ ਦੇ ਕੇ ਸਮਝਾਇਆ। ਕਹਿਣ ਲੱਗੇ ਜਿਵੇਂ ਬਾਵਨ ਚੰਦਨ ਹੁੰਦਾ ਤੇ ਛੋਟਾ ਜਿਹਾ ਹੈ ਚੰਦਨ ਦਾ ਬੂਟਾ, ਦਰਖਤ, ਜਿਹਦੇ ਵਿੱਚ ਬਹੁਤ ਸੁਗੰਧੀ ਪ੍ਰਗਟ ਹੁੰਦੀ ਆ, ਆਲੇ ਦੁਆਲੇ ਦੀ ਵਨਸਪਤੀ ਨੂੰ ਵੀ ਆਪਣੀ ਸੰਗਤ ਦੇ ਨਾਲ ਆਪਣੇ ਵਰਗਾ ਬਣਾ ਲੈਂਦਾ। ਕਹਿੰਦੇ ਜਿਵੇਂ ਚੰਦਨ ਦਾ ਦਰਖਤ ਹੁੰਦਾ ਹੈ, ਬੜਾ ਸ਼ੀਤਲ, ਬੜੀ ਉਹਦੇ ਅੰਦਰ ਠੰਡਕ ਹੈ। ਪੁਰਾਣੇ ਸਮੇਂ ਵਿੱਚ ਇਹ ਲੇਪ ਵੀ ਲੋਕ ਲਾਉਂਦੇ ਸੀ ਗਰਮੀ ਤੋਂ ਬਚਣ ਵਾਸਤੇ ਇਸ ਚੰਦਨ ਦਾ, ਕਿਉਂਕਿ ਇਹਨੂੰ ਸ਼ੀਤਲ ਮੰਨਿਆ ਗਿਆ। ਕਹਿੰਦੇ ਜਿਵੇਂ ਚੰਦਨ ਦਾ ਬੂਟਾ ਬਹੁਤ ਸ਼ੀਤਲ ਇਹਦਾ ਦਰਖਤ ਹੁੰਦਾ ਹੈ, ਚਹੁ ਦਿਸ ਮਹਿ ਇਹ ਲਪਟੈ ਹੀ ਤਲ। ਕਹਿੰਦੇ ਉਹਦੀ ਸ਼ੀਤਲਤਾ ਕਰਕੇ ਉਹਦੇ ਚਾਰੇ ਪਾਸੇ, ਉਹਦੇ ਹੇਠਾਂ ਉੱਪਰ ਸਾਰੇ ਪਾਸੇ ਸੱਪ ਜਿਹੜੇ ਨੇ ਆ ਕਰਕੇ ਲਪੇਟਾ ਪਾ ਲੈਂਦੇ ਨੇ। ਉਹ ਸੱਪਾਂ ਦੇ ਲਪੇਟਣ ਨਾਲ ਵੀ ਤਉ ਨਾ ਸੀਤ ਤਜ ਬਿਖ ਕੋ ਲੇਤ। ਹੁਣ ਸੱਪ ਦੇ ਅੰਦਰ ਤੇ ਨਿਰਾ ਜ਼ਹਿਰ ਹੈ, ਚੰਦਨ ਦਾ ਕੱਲਾ ਬੂਟਾ, ਕਈ ਸੈਂਕੜੇ ਹਜ਼ਾਰਾਂ ਸੱਪ ਆ ਕੇ ਉਹਨੂੰ ਲਪੇਟਾ ਮਾਰਦੇ ਨੇ। ਇੰਨਿਆਂ ਦੀ ਸੰਗਤ ਦੇ ਵਿੱਚ ਵੀ ਉਹ ਚੰਦਨ ਦਾ ਬੂਟਾ ਆਪਣੀ ਸ਼ੀਤਲਤਾ, ਆਪਣੀ ਠੰਡਕ ਨੂੰ ਕਿਸੇ ਤਰੀਕੇ ਦੇ ਨਾਲ ਛੱਡਦਾ ਨਹੀਂ। ਉਹਨਾਂ ਦਾ ਜ਼ਹਿਰ ਜਿਹੜਾ ਹੈ ਉਹਦੀ ਸ਼ੀਤਲਤਾ ਤੇ ਅਸਰ ਨਹੀਂ ਪਾਉਂਦਾ ਹੈ। ਸਰਪਨ ਕੋ ਸੀਤਲ ਕਰ ਦੇਤ। ਸੱਪਾਂ ਦੇ ਜ਼ਹਿਰ ਦਾ ਤੇ ਉਹਦੇ ਤੇ ਅਸਰ ਹੋਣਾ ਹੀ ਕੀ। ਕਹਿੰਦੇ ਉਲਟਾ ਜਿਹੜੇ ਸੱਪ ਵੀ ਨੇ ਨਾ, ਜ਼ਹਿਰੀਲੇ ਨੇ, ਉਹਨਾਂ ਨੂੰ ਵੀ ਉਹ ਠੰਡਿਆਂ ਕਰ ਦਿੰਦਾ ਹੈ, ਉਹਨਾਂ ਨੂੰ ਵੀ ਸ਼ੀਤਲ ਕਰ ਦਿੰਦਾ। ਇਹ ਗੁਰਮੁਖ ਦੀ ਅਵਸਥਾ ਹੈ। ਮਾੜੇ ਦੇ ਅਸਰ ਤੋਂ ਉਹਨੇ ਬਚਣਾ ਹੀ ਹੈ, ਬਲਕਿ ਆਪ ਵੀ ਦੂਜੇ ਦੇ ਮਨ ਨੂੰ ਸ਼ੀਤਲ ਕਰਕੇ ਰੱਖ ਦਿੰਦਾ ਹੈ, ਠੰਡਿਆਂ ਠਾਰ ਕਰ ਦਿੰਦਾ ਹੈ। ਤਿਮ ਗੁਰਮੁਖ ਜੇ ਧਸੈ ਕੁਸੰਗ। ਇਸੇ ਤਰ੍ਹਾਂ ਜਿਹੜੇ ਗੁਰਮੁਖ ਨੇ, ਜਿਵੇਂ ਚੰਦਨ ਸੱਪਾਂ ਦੇ ਜ਼ਹਿਰ ਦਾ ਅਸਰ ਕਬੂਲਦਾ ਨਹੀਂ, ਬਲਕਿ ਆਪ ਠੰਡਾ ਸੱਪਾਂ ਦੇ ਜ਼ਹਿਰ ਨੂੰ ਮਾਰ ਕੇ ਉਹਨਾਂ ਨੂੰ ਵੀ ਠੰਡਾ ਕਰਦਾ ਹੈ। ਇਸੇ ਤਰ੍ਹਾਂ ਜਿਹੜਾ ਗੁਰਮੁਖ ਹੈ
ਉਹ ਕੁਸੰਗਤ ਵਿੱਚ ਵੀ ਕਦੀ ਚਲੇ ਜਾਵੇ। ਤੈਂ ਭੀ ਦੇਤ ਆਪਣੋ ਰੰਗ, ਉਹ ਕਿਸੇ ਦੇ ਰੰਗ ਦਾ ਆਪਣੇ ਤੇ ਅਸਰ ਨਹੀਂ ਪੈਣ ਦਿੰਦਾ, ਉਹ ਦੂਸਰਿਆਂ ਤੇ ਵੀ ਆਪਣਾ ਪ੍ਰਭਾਵ ਪਾ ਕੇ ਦੂਸਰਿਆਂ ਨੂੰ ਆਪਣੇ ਨਾਮ ਰੰਗ ਦੇ ਰਾਹੀਂ ਉਸ ਰੰਗ ਵਿੱਚ ਲੀਨ ਕਰਵਾ ਲੈਂਦਾ ਹੈ। ਤਿਨ ਕੇ ਅਵਗੁਣ ਆਪ ਨਾ ਕਰੈ। ਇਹ ਨਹੀਂ ਕਿ ਕੋਈ ਬੰਦਾ ਔਗਣ ਕਰਦਾ ਹੈ, ਉਹ ਕਿਸੇ ਦੇ ਔਗਣਾਂ ਨੂੰ ਆਪਣੇ ਜੀਵਨ ਵਿੱਚ ਨਹੀਂ ਧਾਰਨ ਕਰਦਾ, ਉਹ ਔਗਣਾਂ ਵੱਲੋਂ ਕਿਸੇ ਤੋਂ ਪ੍ਰਭਾਵਿਤ ਨਹੀਂ ਹੁੰਦਾ ਹੈ। ਸ਼ੁਭ ਗੁਣ ਕਹਿ ਕੈ ਉਰਮੋ ਧਰੈ। ਗੁਰੂ ਦੇ ਸ਼ਬਦ ਤੇ, ਗੁਰੂ ਕੇ ਬਚਨਾਂ ਤੇ, ਚੰਗੇ ਨੇਕ ਕਮਾਈ ਵਾਲੇ ਗੁਣਾਂ ਤੇ ਉਹਦਾ ਭਰੋਸਾ ਹੋਣ ਕਰਕੇ ਉਹ ਬਾਰ-ਬਾਰ ਗੁਣਾਂ ਦੀ ਗੱਲ ਕਰਦਾ ਹੈ, ਰੱਬ ਦੇ ਘਰ ਦੀ ਗੱਲ ਕਰਦਾ ਹੈ, ਨਾਮ ਦੀ ਗੱਲ ਕਰਦਾ ਹੈ, ਤੇ ਆਪਣੇ ਚੰਗੇ ਗੁਣਾਂ ਦੇ ਪ੍ਰਭਾਵ ਕਰਕੇ ਉਹ ਦੂਸਰਿਆਂ ਨੂੰ ਵੀ ਆਪਣੇ ਵਰਗਾ ਬਣਾ ਲੈਂਦਾ ਹੈ। ਉਹਨਾਂ ਔਗਣਾਂ ਦੇ ਭਰੇ ਲੋਕਾਂ ਦੇ ਮਨ ਵਿੱਚ ਵੀ ਉਹ ਚੰਗੇ ਗੁਣਾਂ ਦਾ ਵਾਸ ਕਰਵਾ ਦਿੰਦਾ ਹੈ। ਸੁਨ ਸਿੱਖਨ ਸਭ ਸੀਸ ਨਿਵਾਇਓ। ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਨੇ ਦ੍ਰਿੜ ਰਹਿ ਕੇ ਗੁਰੂ ਕੇ ਸ਼ਬਦ ਦੀ ਕਮਾਈ ਕਰਦਿਆਂ ਆਪਣਾ ਵਿਸ਼ਵਾਸ ਰੱਖਣ ਵਾਸਤੇ ਕਿਹਾ, ਭਾਈ ਜਦੋਂ ਇਸ ਰਾਹ ਤੇ ਤੁਰੋਗੇ ਤੇ ਤੁਹਾਡੇ ਉੱਪਰ ਗੁਰੂ ਪਾਤਸ਼ਾਹ ਸਹਾਇਕ ਹੋਣਗੇ। ਸਿੱਖਾਂ ਨੇ ਜਦੋਂ ਇਹ ਬਚਨ ਸਰਵਣ ਕੀਤੇ ਤੇ ਆਪਣਾ ਸੀਸ ਗੁਰੂ ਚਰਨਾਂ ਦੇ ਵਿੱਚ ਨਿਮਰਤਾ ਸਹਿਤ ਝੁਕਾਇਆ ਹੈ। ਜਥਾ ਜੋਗ ਸ੍ਰੀ ਗੁਰੂ ਬਤਾਇਓ। ਨਮਸਕਾਰ ਕਰਕੇ ਸਤਿਗੁਰਾਂ ਨੂੰ ਕਹਿਣ ਲੱਗੇ, ਸਤਿਗੁਰੂ ਜੀ ਤੁਸੀਂ ਬਿਲਕੁਲ ਯਥਾ ਯੋਗ, ਬਿਲਕੁਲ ਸੱਚੋ ਸੱਚ ਬਿਆਨ ਕੀਤਾ ਹੈ ਜੀ। ਇਸ ਪ੍ਰਕਾਰ ਨਿਤ ਹੋਏ ਉਚਾਰ। ਸੰਗਤ ਜੀ ਇਦਾਂ ਦੀ ਚਰਚਾ ਰੋਜ਼ ਸਤਿਗੁਰ ਪਾਤਸ਼ਾਹ ਮਹਾਰਾਜ ਦੇ ਕੋਲ, ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੇ ਚਰਨਾਂ ਵਿੱਚ ਸੰਗਤਾਂ, ਗੁਰੂ ਕੇ ਸਿੱਖ ਬੜੇ ਪਿਆਰ ਨਾਲ ਰੋਜ਼ ਕਰਦੇ ਸਨ। ਸ੍ਰੀ ਅਰਜਨ ਸਿੱਖ ਕਰਤ ਉਧਾਰ। ਮਨ ਦੀਆਂ ਸ਼ੰਕਾਵਾਂ ਦੂਰ ਕਰਕੇ, ਸਵਾਲਾਂ ਦੇ ਉੱਤਰ ਦੇ ਕੇ, ਮਨ ਦੀਆਂ ਭਾਵਨਾਵਾਂ ਪੂਰੀਆਂ ਕਰਕੇ ਸਿੱਖਾਂ ਦਾ ਇਸ ਤਰ੍ਹਾਂ ਸਤਿਗੁਰੂ ਜੀ ਰੋਜ਼ ਕਲਿਆਣ ਕਰ ਰਹੇ ਸਨ। ਫੈਲਿਓ ਸੁਜਸ ਵਿਦੇਸ਼ ਅਸ਼ੇਸ਼। ਇਸ ਤਰ੍ਹਾਂ ਦੇਸ਼ ਵਿਦੇਸ਼ ਵਿੱਚ ਸਿੱਖੀ ਦਾ ਪ੍ਰਭਾਵ ਦਿਨੋਂ ਦਿਨ ਸੰਗਤ ਜੀ ਵੱਧ ਰਿਹਾ ਸੀ। ਚਾਹੋਂ ਦੇਸ਼ ਕੇ ਨਰ ਆਏ ਹਮੇਸ਼। ਦੇਸ਼ ਵਿਦੇਸ਼ ਤੋਂ ਸੰਗਤਾਂ ਸਤਿਗੁਰਾਂ ਦੇ ਕੋਲ ਹਮੇਸ਼ਾ ਹੀ ਵੱਧ ਚੜ ਕੇ ਆ ਰਹੀਆਂ ਸਨ। ਇੱਕ ਦਿਨ ਬੈਠੇ ਸਭਾ ਵਿਸਾਲ। ਇੱਕ ਦਿਨ ਸਤਿਗੁਰ ਪਾਤਸ਼ਾਹ ਮਹਾਰਾਜ ਸਭਾ ਵਿੱਚ ਬੈਠੇ ਨੇ। ਬੜੇ ਧਿਆਨ ਨਾਲ ਸੁਣਨ ਵਾਲਾ ਪ੍ਰਸੰਗ ਆਉਣਾ ਹੈ ਜੋ ਸਤਿਗੁਰ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਿਸ਼ਾਂ ਕੀਤੀਆਂ। ਕਹਿੰਦੇ ਸਭਾ ਦੇ ਵਿੱਚ ਸਤਿਗੁਰ ਪਾਤਸ਼ਾਹ ਮਹਾਰਾਜ ਬੈਠੇ ਨੇ, ਸੰਗਤਾਂ ਆ ਕੇ ਸਤਿਗੁਰਾਂ ਦੇ ਦਰਸ਼ਨ ਕਰ ਰਹੀਆਂ ਨੇ। ਧੰਨ ਸ਼੍ਰੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ। ਫਿਰ ਪਿਆਰ ਨਾਲ ਸਾਰੇ ਆਖੋ, ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਬੜੇ ਬੜੇ ਸਿੱਖ ਭਗਤ ਰਸਾਲ। ਬੜੇ ਬੜੇ ਸਿੱਖ ਭਗਤੀ ਭਾਵ ਦੇ ਵਿੱਚ ਪੂਰਨ, ਰਸ ਮਾਨਣ ਵਾਲੇ, ਸ਼ਬਦ ਦੀ ਕਮਾਈ ਵਾਲੇ, ਨਾਮ ਰਸੀਏ ਸਿੱਖ, ਗੁਰੂ ਕੀ ਸੰਗਤ ਕਰਨ ਵਾਲੇ ਸਨ। ਚਲਿਓ ਜ਼ਿਕਰ ਸਿੱਖ ਬਹੁ ਕਿਸ ਦੇਸ਼। ਚਰਚਾ ਚੱਲਦੀ ਹੈ ਕਿਹੜੀ ਥਾਂ ਤੇ ਕਿਹੜੇ ਕਿਹੜੇ ਸਿੱਖ ਰਹਿੰਦੇ ਨੇ, ਕਿਹੜੇ ਥਾਂ ਤੇ ਕਿੱਥੇ ਕਿੱਥੋਂ ਤੱਕ ਸਿੱਖੀ ਦਾ ਪ੍ਰਚਾਰ ਪ੍ਰਸਾਰ ਹੈ, ਕਿੱਥੇ ਕਿਹੜੇ ਕਿਹੜੇ ਸਿੱਖ ਨੇ। ਕਹਿ ਸਤ ਸੰਗਤ ਭਾਉ ਵਿਸ਼ੇਸ਼। ਗੱਲ ਚੱਲਦੀ ਹੈ, ਇਹ ਚਰਚਾ ਚੱਲਦੀ ਹੈ ਕਿਹੜੀ ਥਾਂ ਤੇ ਸੰਗਤ ਦੇ ਵਿੱਚ ਜ਼ਿਆਦਾ ਪਿਆਰ ਹੈ, ਕਿਹੜੀ ਸੰਗਤ ਹੈ ਜਿਹੜੀ ਸ਼ਬਦ ਨਾਲ ਬਹੁਤ ਪਿਆਰ ਕਰਨ ਵਾਲੀ ਹੈ। ਜਿਸ ਜਿਸ ਜੋ ਜੋ ਦੇਖਣ ਕੀਨਾ। ਜਿਸ ਜਿਸ ਨੇ ਜੋ ਜੋ ਕੁਝ ਦੇਖਿਆ ਉਹ ਉਸੇ ਉਸੇ ਤਰੀਕੇ ਨਾਲ ਫਲਾਣੇ ਥਾਂ ਦੀ ਸੰਗਤ, ਫਲਾਣੇ ਥਾਂ ਦੀ ਸੰਗਤ, ਸਾਰੀਆਂ ਥਾਵਾਂ ਦੀ ਸੰਗਤ ਦੀ ਉੱਥੇ ਚਰਚਾ ਚੱਲ ਰਹੀ। ਸਾਰੇ ਇਸ ਤਰ੍ਹਾਂ ਗੱਲਾਂ ਕਰਦੇ ਹਨ। ਕਰਿਓ ਸੁਨਾਵਨ ਜਸ ਜਸ ਚੀਨਾ। ਜਿਹੋ ਜਿਹਾ ਕਿਸੇ ਨੇ ਵੇਖਿਆ ਸੀ ਸੰਗਤ ਬਾਰੇ, ਉਹ ਜਿਹਾ ਸਤਿਗੁਰੂ ਦੀ ਗੋਦ ਵਿੱਚ ਸਿੱਖ ਸੰਗਤ ਆਪਸ ਵਿੱਚ ਚਰਚਾ ਕਰਦੀ ਹੈ। ਕਿਤਕ ਸਿੱਖ ਸ੍ਰੀ ਗੁਰ ਸੋ ਕਹੈ। ਕਈ ਸਿੱਖ ਆ ਕੇ ਸਤਿਗੁਰ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਆ ਕੇ ਇਸ ਤਰ੍ਹਾਂ ਵੀ ਬੇਨਤੀ ਕਰਕੇ ਕਹਿੰਦੇ ਸਨ, ਦੇਸ਼ ਗਿਰਨ ਕਸ਼ਮੀਰ ਜੋ ਹੈ। ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਦੇਸ਼ਾਂ ਦੇ ਵਿੱਚੋਂ ਇੱਕ ਦੇਸ਼ ਹੈ ਕਸ਼ਮੀਰ ਦੇਸ਼, ਪਹਾੜਾਂ ਦੇ ਇਲਾਕੇ ਦੇ ਵਿੱਚ। ਉੱਥੇ ਵੀ ਆਪ ਜੀ ਦੇ ਸਿੱਖ ਬਹੁਤ ਰਹਿੰਦੇ ਹਨ। ਹਰਕਤ ਪੰਡਿਤ ਤਹਾਂ ਮਹਾਨੀ। ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਨੂੰ ਆ ਕੇ ਸਿੱਖਾਂ ਬੇਨਤੀ ਕੀਤੀ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਮਟਨ ਨਿਵਾਸੀ ਪੰਡਿਤ ਬ੍ਰਹਮਦਾਸ ਦਾ ਹੰਕਾਰ ਤੋਰਿਆ ਸੀ, ਜਿਹਦੇ ਪਰਿਵਾਰ ਚੋਂ ਅੱਗੇ ਪੰਡਿਤ ਕਿਰਪਾਦਾਸ 9ਵੇਂ ਪਾਤਸ਼ਾਹ ਕੋਲ ਪਹੁੰਚਿਆ ਸੀ। ਬਾਅਦ ਚ ਅੰਮ੍ਰਿਤ ਛਕ ਕੇ ਕਿਰਪਾਲ ਸਿੰਘ ਬਣ ਕੇ ਉਹ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੁੰਦਾ। ਬੜਾ ਲੰਮਾ ਇਤਿਹਾਸ ਹੈ ਗੁਰੂ ਪਾਤਸ਼ਾਹ ਮਹਾਰਾਜ ਦਾ। ਹੁਣ 5ਵੇਂ ਪਾਤਸ਼ਾਹ ਦੇ ਵੇਲੇ
ਸਿੱਖਾਂ ਨੇ ਆ ਕੇ ਬੇਨਤੀ ਕੀਤੀ ਕਿ ਕਸ਼ਮੀਰ ਦੀ ਧਰਤੀ ਵਿੱਚ ਤੁਹਾਡੀ ਸਿੱਖ ਸੰਗਤ ਵਸਦੀ ਹੈ। ਉਸ ਥਾਂ ਦੇ ਉੱਪਰ ਬਹੁਤ ਸਾਰੇ ਪੰਡਤ ਬ੍ਰਾਹਮਣ ਨੇ ਜਿਹੜੇ ਬਹੁਤ ਤਰਕ ਕੁਤਰਕ ਕਈ ਪ੍ਰਕਾਰ ਦੇ ਸਿੱਖਾਂ ਉੱਪਰ ਕਰਦੇ ਹਨ। ਪੜਨ ਦੇਤ ਨਹਿ ਸਤਿਗੁਰ ਬਾਣੀ। ਤੇ ਗਰੀਬ ਨਵਾਜ ਜੀ ਉਹ ਗੁਰੂ ਕੀ ਬਾਣੀ ਤੇ ਗੁਰੂ ਸ਼ਬਦ ਤੇ ਟੀਕਾ ਟੱਪਣੀ ਕਰਦੇ ਨੇ ਤੇ ਸਿੱਖਾਂ ਨੂੰ ਸਤਿਗੁਰੂ ਜੀ ਤੁਹਾਡੀ ਬਾਣੀ ਨਹੀਂ ਪੜਨ ਦਿੰਦੇ ਹਨ। ਸੰਸਕ੍ਰਿਤ ਸੁਰ ਬਾਣੀ ਜਾਨੋ। ਉਹ ਕਹਿੰਦੇ ਨੇ ਕਿ ਜਿਹੜੀ ਸੰਸਕ੍ਰਿਤ ਭਾਸ਼ਾ ਹੈ ਨਾ, ਇਹ ਬੜੀ ਮਹਾਨ ਹੈ, ਇਹ ਦੇਵਤਿਆਂ ਦੀ ਭਾਸ਼ਾ ਹੈ। ਇਹ ਦੇਵ ਬਾਣੀ ਕਹਿ ਕੇ ਸੰਸਕ੍ਰਿਤ ਦਾ ਹੀ ਉਹ ਮਾਣ ਕਰਦੇ ਹਨ। ਮਨੁੱਖ ਗਿਰਾ ਭਾਖਾ ਇਹ ਮਾਨੋ। ਤੇ ਸਤਿਗੁਰੂ ਜੀ ਜਿਹੜੀ ਗੁਰਮੁਖੀ ਹੈ, ਆਪ ਜੀ ਦੀ ਜਿਹੜੀ ਬਾਣੀ ਹੈ, ਇਹਦੇ ਬਾਰੇ ਕਹਿੰਦੇ ਤੇ ਮਨੁੱਖਾਂ ਦੀ ਉਚਾਰਨ ਕੀਤੀ ਹੋਈ ਆਮ ਬੋਲ ਚਾਲ ਲੋਕ ਭਾਸ਼ਾ ਹੈ। ਕਿਉਂ ਤੁਮ ਪਠੋ ਕਹਾਂ ਫਲ ਲਾਗੇ। ਕਹਿਣ ਲੱਗੇ ਦੇਵ ਬਾਣੀ ਨੂੰ ਛੱਡ ਕੇ ਪੰਡਤ ਲੋਕ ਇਸ ਤਰ੍ਹਾਂ ਚਰਚਾ ਕਰਕੇ ਸਿੱਖਾਂ ਨੂੰ ਤਰਕ ਕਰਦੇ ਨੇ ਕਿ ਦੇਵ ਬਾਣੀ ਤੁਸੀਂ ਛੱਡ ਕਰਕੇ ਕਿਉਂ ਇਹ ਜਿਹੜੇ ਬੋਲ ਤੁਸੀਂ ਪੜ੍ਹਦੇ ਪਏ ਹੋ, ਕਿਉਂ ਇਹੋ ਜਿਹੇ ਆਮ ਬੋਲ ਚਾਲ ਦੀ ਭਾਸ਼ਾ ਪੜ੍ਹਦੇ ਹੋ ਤੁਸੀਂ, ਕੀ ਤੁਹਾਨੂੰ ਫਲ ਲੱਗੇਗਾ, ਕੀ ਤੁਹਾਨੂੰ ਪ੍ਰਾਪਤੀ ਹੋਏਗੀ ਦੇਵ ਬਾਣੀ ਛੱਡ ਕੇ। ਨਿਤ ਨਮਿਤ ਕੇ ਕਰਮਨ ਤਿਆਗੇ। ਤੁਸੀਂ ਨਿਤ ਨਮਿਤ ਦੇ ਸ਼ਗਨ ਅਪਸ਼ਗਨ ਹੋਰ ਜਿਹੜੇ ਕਰਮ ਕਾਂਡ ਦਿਨ ਰਾਤ ਕੀਤੇ ਜਾਂਦੇ ਸੀ, ਇਸ ਬਾਣੀ ਦੇ ਮਗਰ ਲੱਗ ਕੇ ਸਾਰੇ ਕਰਮ ਕਾਂਡ ਛੱਡ ਦਿੱਤੇ, ਸ਼ਗਨ ਅਪਸ਼ਗਨ ਛੱਡ ਦਿੱਤੇ। ਗੱਲ ਤਾਂ ਇਹ ਸੀ ਕਿ ਪੰਡਤ ਜਨਾਂ ਦਾ ਜੋ ਸਤਿਕਾਰ ਕਰਕੇ ਹਰ ਵਕਤ ਉਹਨਾਂ ਤੋਂ ਪੁੱਛ ਕੇ ਸਿੱਖ ਚੱਲਦੇ ਸਨ, ਸਾਹਾ ਸਧਾਉਂਦੇ ਸੀ, ਪੁੱਛਣਾ ਪੁੱਛਿਆ ਕਰਦੇ ਸੀ, ਸ਼ਗਨ ਅਪਸ਼ਗਨ ਵਿਚਾਰਦੇ ਸੀ। ਜਿਉਂ-ਜਿਉਂ ਸਿੱਖ ਹੁਣ ਬਾਣੀ ਪੜ੍ਹਨ ਲੱਗ ਪਏ, ਬਾਣੀ ਪੜ੍ਹਦਿਆਂ ਪੜ੍ਹਦਿਆਂ ਸਿੱਖ ਤੇ ਸਿਆਣੇ ਹੋਣ ਲੱਗ ਪਏ। ਉਹਨਾਂ ਨੂੰ ਸਮਝ ਆ ਗਈ ਸ਼ਗਨ ਅਪਸ਼ਗਨ ਤਿਸ ਕੋ ਲੱਗੇ, ਜਿਸ ਚੀਤ ਨਾ ਆਵੇ, ਜਿਨ੍ਹਾਂ ਨੂੰ ਰੱਬ ਭੁੱਲਿਆ ਆਵੇ ਉਹੀ ਸ਼ਗਨਾਂ ਅਪਸ਼ਗਨਾਂ ਵਿੱਚ ਪੈਂਦੇ। ਉਹ ਕਹਿੰਦੇ ਸੀ ਆਹ ਮਹੀਨਾ ਚੰਗਾ, ਆਹ ਮਹੀਨਾ ਮਾੜਾ, ਆ ਇਸ ਤਰ੍ਹਾਂ ਆਹ ਮਹੂਰਤ ਚੰਗਾ ਮਾੜਾ। ਤੇ ਸਿੱਖ ਪੜ੍ਹਨ ਲੱਗ ਪਏ ਮਾਹ ਦਿਵਸ ਮੂਰਤ ਭਲੇ, ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸਦਾਨ, ਕਿਰਪਾ ਕਰੋ ਹਰੇ। ਕਹਿੰਦੇ ਇਹ ਤੇ ਸਿੱਖ ਪੜ੍ਹ ਕੇ ਸਮਝ ਗਏ ਕਿ ਦਿਨ ਮਹੀਨੇ ਨਹੀਂ ਮਾੜੇ, ਬੰਦੇ ਦੇ ਕਰਮ ਚੰਗੇ ਮਾੜੇ ਹੋਇਆ ਕਰਦੇ ਨੇ। ਬੰਦੇ ਦੇ ਕਰਮ ਮਾੜੇ ਹੋਣ ਤੇ ਦੋਸ਼ ਦਿਨ ਨੂੰ ਦੇ ਦਿੰਦਾ, ਇਹ ਮਹੀਨੇ ਨੂੰ ਤੇ ਸਮੇਂ ਨੂੰ ਦਿੰਦਾ। ਸਮਾਂ ਤੇ ਸੋਹਣਾ ਹੈ, ਉਹ ਰੱਬ ਨੇ ਬਣਾਇਆ ਹੈ, ਸਭ ਕੁਝ ਭਲਾ ਹੀ ਬਣਾਇਆ ਹੈ, ਪਰ ਸਮੇਂ ਦਾ ਦੋਸ਼ ਨਹੀਂ ਹੈ, ਦੋਸ਼ ਆਪਣੇ ਕਰਮਾਂ ਦਾ ਹੋਇਆ ਕਰਦਾ। ਦੱਦਾ ਦੋਸ਼ ਨਾ ਦੇਊ ਕਿਸੈ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਤੇ ਸਿੱਖ ਪੜ੍ਹਨ ਲੱਗ ਪਏ ਕਰਮ ਧਰਮ ਪਾਖੰਡ ਜੋ ਦਿਸੈ, ਤਿਨ ਜਮ ਜਾਗਾਤੀ ਲੂਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਖ ਸਿਮਰਤ ਜਿਤ ਛੂਟੈ। ਕਿ ਕਰਮ ਧਰਮ ਦਿਖਾਵੇ ਦੇ ਜਿਹੜੇ ਕਰਮ ਕਾਂਡ ਨੇ ਇਹ ਤੇ ਰਸਤੇ ਵਿੱਚ ਧਰਮ ਰਾਜ ਵੱਲੋਂ ਹੀ ਲੁੱਟੇ ਜਾਣੇ ਨੇ। ਇਸ ਕਰਕੇ ਰੱਬ ਦੇ ਘਰ ਜਾਣਾ ਹੈ ਤੇ ਨਿਰੋਲ ਵਾਸ਼ਨਾ ਤੋਂ ਰਹਿਤ ਹੋ ਕੇ, ਨਿਰਵਾਣ ਵਾਸ਼ਨਾ ਤੋਂ ਰਹਿਤ ਹੋ ਕੇ ਨਿਰੋਲ ਪਰਮੇਸ਼ਰ ਦੀ ਸਿਫਤੋ ਸਲਾਹ ਕਰੋ। ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਖ ਨੀਵੀਂ ਕਰਕੇ ਅੱਖ ਖੋਲ ਲਈਏ, ਨਿਮਖ ਕਹਿੰਦੇ ਅੱਖ ਝਮਕਣ ਜਿੰਨਾ ਸਮਾਂ। ਨਿਮਖ ਸਿਮਰਤ ਜਿਤ ਛੂਟੈ, ਕਿਤੇ ਸੁਰਤ ਕਿਤੇ ਇੰਨਾ ਕੁ ਚਿਰ ਵੀ ਜੁੜ ਜਾਏ ਨਾ, ਕਹਿੰਦੇ ਉਹ ਤੇ ਬੰਦਾ ਹਰ ਪ੍ਰਕਾਰ ਦੇ ਬੰਧਨਾਂ ਤੋਂ ਜਿਉਂਦਿਆਂ ਜੀ ਮੁਕਤ ਹੋ ਜਾਂਦਾ ਹੈ। ਇਹ ਸ਼ਬਦ ਦੀਆਂ ਵਡਿਆਈਆਂ ਸੁਣ ਕੇ ਭਰਮਾਂ ਚੋਂ ਨਿਕਲ ਗਏ ਸੀ ਸਿੱਖ, ਸਿੱਖ ਸੁਚੇਤ ਹੋ ਗਏ ਸੀ ਤੇ ਸਿੱਖ ਤੇ ਮਾਣ ਨਾਲ ਫਿਰ ਕਹਿਣ ਲੱਗ ਪਏ ਸੀ। ਭਗਤ ਜੀ ਦੇ ਵੀ ਬਚਨ ਪੜ੍ਹਦੇ, ਕਬੀਰ ਜਿਹ ਮਾਰਗ ਪੰਡਤ ਗਏ, ਪਾਛੈ ਭਰੀ ਬਹੀਰ, ਇੱਕ ਅਵਕਟ ਘਾਟੀ ਰਾਮ ਕੀ, ਤੇ ਚੜ ਰਹਿਓ ਕਬੀਰ। ਇਸ ਤਰ੍ਹਾਂ ਪਰ ਹੁਣ ਉਹ ਇਸ ਤਰ੍ਹਾਂ ਪੰਡਤ ਜਨ ਕਹਿੰਦੇ ਨੇ ਕਿ ਤੁਸੀਂ ਬਾਣੀ ਪੜ੍ਹਦੇ ਹੋ, ਇਹਦਾ ਤੁਹਾਨੂੰ ਕੀ ਫਲ ਮਿਲੇਗਾ। ਇਹ ਤੇ ਆਮ ਬੋਲ ਚਾਲ ਦੀ ਭਾਸ਼ਾ ਏ। ਨਿਤ ਨਮਿਤ ਦੇ ਕਰਮ ਵੀ ਤੁਸੀਂ ਹੁਣ ਤਿਆਗ ਦਿੱਤੇ ਹਨ। ਆਦਿਕ ਸਭ ਹੂਨ ਸੁਣਾਵੇ। ਸਿੱਖ ਕਹਿਣ ਲੱਗੇ ਕਿ ਇਸ ਤਰ੍ਹਾਂ ਕਰਕੇ ਉਹ ਸਾਡੇ ਤੇ ਕਈ ਪ੍ਰਕਾਰ ਦੇ ਤਰਕ ਕੁਤਰਕ ਕਰਦੇ ਨੇ ਤੇ ਸਾਰਿਆਂ ਨੂੰ ਇਦਾਂ ਕਰਕੇ ਗੁਰਬਾਣੀ ਪੜ੍ਹਨ ਦੇ ਪ੍ਰਤੀ
ਸ਼ੰਕੇ ਕਰਦੇ ਹਨ। ਗੁਰਮਤਿ ਸਿੱਖੀ ਤੇ ਸੋ ਹਟਾਵੈ। ਗੁਰੂ ਕੀ ਮੱਤ ਤੋਂ ਤੇ ਸਿੱਖੀ ਤੋਂ ਸਾਨੂੰ ਹਟਾਉਂਦੇ ਹਨ। ਸ੍ਰੀ ਅਰਜਨ ਸੁਨ ਸਭਾ ਮਝਾਰਾ। ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਸਿੱਖਾਂ ਵੱਲੋਂ ਇਹ ਬੇਨਤੀ ਉਸ ਸਭਾ ਦੇ ਵਿੱਚ ਪਿਆਰ ਨਾਲ ਸਰਵਣ ਕੀਤੀ। ਮਾਧੋ ਸੋਢੀ ਨਿਕਟ ਹਕਾਰਾ। ਸੋਢੀਆਂ ਦੀ ਕੁੱਲ ਦੇ ਵਿੱਚੋਂ ਇੱਕ ਭਾਈ ਮਾਧੋ ਜੀ, ਪਿਆਰ ਨਾਲ ਸਤਿਗੁਰ ਪਾਤਸ਼ਾਹ ਨੇ ਉਹਨਾਂ ਨੂੰ ਆਪਣੇ ਕੋਲ ਬੁਲਾਇਆ ਸ੍ਰੀ ਮੁਖ ਤੇ ਫੁਰਮਾਵਨ ਕੀਨ। ਤੇ ਗਰੀਬ ਨਵਾਜ ਧੰਨ ਗੁਰੂ ਅਰਜਨ ਸਾਹਿਬ ਕਹਿਣ ਲੱਗੇ, ਭਾਈ ਮਾਧੋ ਜੀ, ਗੁਰਮਤਿ ਮਹਿ ਤੂੰ ਐ ਪ੍ਰਬੀਨ। ਭਾਈ ਮਾਧੋ ਤੁਸੀਂ ਗੁਰਮਤਿ ਦੇ ਵਿੱਚ ਪੂਰੀ ਤਰੀਕੇ ਨਾਲ ਪ੍ਰਬੀਨ ਹੋ। ਗੁਰਮਤਿ ਦੀ ਮੱਤ ਦਾ ਭਾਵ ਗੁਰੂ ਦੀ ਮੱਤ ਦਾ ਤੁਹਾਨੂੰ ਪ੍ਰਕਾਸ਼ ਹੈ। ਗੁਰੂ ਦੀ ਮੱਤ ਬਾਰੇ ਚੰਗੀ ਤਰ੍ਹਾਂ ਤੁਹਾਨੂੰ ਸੋਝੀ ਹੈ। ਅਬ ਹਮ ਤੋਹੇ ਬਚਨ ਕੇ ਮਾਹੀ। ਚੇਤੇ ਰੱਖੋ, ਹੁਣ ਅਸੀਂ ਤੁਹਾਡੇ ਬਚਨਾਂ ਵਿੱਚ ਹੀ ਵਾਸ ਕਰਾਂਗੇ, ਕਿਉਂਕਿ ਸ਼ਬਦ ਵਿੱਚ ਗੁਰੂ ਵਸਦਾ ਹੈ, ਬਚਨਾਂ ਵਿੱਚ ਗੁਰੂ ਵਸਦਾ ਹੈ। ਕਹਿਣ ਲੱਗੇ ਤੁਹਾਡੇ ਬਚਨਾਂ ਦੇ ਵਿੱਚ ਅਸੀਂ ਆਪ ਆ ਕੇ ਵਸਾਂਗੇ। ਪਾਈ ਸ਼ਕਤ ਮਿਟਹਿ ਕਬ ਨਾਹੀ। ਤੁਹਾਡੇ ਬਚਨਾਂ ਵਿੱਚ ਅਸੀਂ ਸਾਰੀਆਂ ਸ਼ਕਤੀਆਂ ਪਾ ਦਿੱਤੀਆਂ ਨੇ। ਉਹ ਬਚਨ ਤੁਹਾਡੇ ਕਦੇ ਕੋਈ ਮੋੜ ਨਹੀਂ ਸਕਦਾ। ਤੁਹਾਡੇ ਬਚਨਾਂ 'ਚ ਸਾਰੀਆਂ ਕਰਾਮਾਤਾਂ ਹੋਣਗੀਆਂ। ਪਰਬਤ ਵਿਖੇ ਦੇਸ਼ ਕਸ਼ਮੀਰ। ਪਹਾੜਾਂ ਦੇ ਵਿੱਚ ਭਾਈ ਮਾਧੋ ਜੀ ਇੱਕ ਦੇਸ਼ ਹੈ ਜਿਹਨੂੰ ਕਸ਼ਮੀਰ ਆਖਿਆ ਜਾਂਦਾ ਹੈ। ਸਿੱਖੀ ਜਾਏ ਦ੍ਰਿੜਾਵੋ ਧੀਰ। ਇਹ ਭਾਈ ਮਾਧੋ ਜੀ, ਉਸ ਥਾਂ ਤੇ ਜਾ ਕੇ ਤੁਸੀਂ ਵੀ ਸਿੱਖੀ ਦ੍ਰਿੜ ਕਰਾਉਣਾ ਕਰੋ, ਸਿੱਖੀ ਦਾ ਪ੍ਰਵੇਸ਼ ਕਰਾਉਣਾ ਕਰੋ, ਸਿੱਖੀ ਨਾਲ ਸੰਗਤਾਂ ਨੂੰ ਜੋੜਨਾ ਕਰੋ। ਗੁਰਮਤਿ ਕੋ ਕੀਜੈ ਵਿਸਤਾਰ। ਜਿਹੜੀ ਗੁਰੂ ਦੀ ਮੱਤ ਹੈ, ਜਿਹਦੇ ਤੇ ਸ਼ੰਕੇ ਪੈਦਾ ਕੀਤੇ ਜਾਂਦੇ ਨੇ, ਇਸ ਗੁਰੂ ਦੀ ਮੱਤ ਦਾ ਵਿਸਤਾਰ ਕਰੋ। ਹਰ ਸਿੱਖ ਦਾ ਫਰਜ਼ ਹੈ ਜਿੱਥੇ ਵੀ ਜਾਵੇ ਉਹ ਸਿੱਖੀ ਦਾ ਵਿਸਤਾਰ ਕਰੇ, ਪ੍ਰਚਾਰ ਕਰੇ, ਆਪਣੇ ਗੁਰੂ ਦੇ ਘਰ ਦੀਆਂ ਸਿਫਤਾਂ ਉਜਾਗਰ ਕਰਕੇ ਦੱਸੇ। ਸਿਮਰੈ ਸਤਨਾਮ ਸੁਖ ਸਾਰ। ਕਹਿੰਦੇ ਸਿੱਖੀ ਦਾ ਵਿਸਤਾਰ ਕਰੋ, ਗੁਰਮਤਿ ਦਾ ਪ੍ਰਚਾਰ ਕਰੋ, ਤਾਂ ਕਿ ਸਾਰੇ ਸੱਚੇ ਪਰਮੇਸ਼ਰ ਦੇ ਨਾਮ ਦਾ ਪਿਆਰ ਦੇ ਨਾਲ ਸਾਰੇ ਸਿਮਰਨ ਕਰਨ। ਪਰਮੇਸ਼ਰ ਦੇ ਨਾਮ ਦਾ ਜਾਪ ਜਪ ਕੇ, ਜਿਹੜਾ ਸੁੱਖਾਂ ਦਾ ਸਾਰ ਹੈ ਪਰਮੇਸ਼ਰ ਦਾ ਨਾਮ, ਉਹਦਾ ਨਾਮ ਸਾਰੇ ਜਪਣ ਲੱਗ ਪੈਣ। ਸੁਨ ਮਾਧੋ ਪੁਨ ਬਾਕ ਬਖਾਨੇ। ਇਹ ਬੇਨਤੀ ਸੁਣ ਕੇ, ਭਾਵ ਕਿ ਸਤਿਗੁਰਾਂ ਦਾ ਹੁਕਮ ਸੁਣ ਕੇ ਭਾਈ ਮਾਧੋ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ। ਕਹਾਂ ਭਗਤ ਕੋ ਵਿਪਰਨ ਜਾਣੇ। ਸਤਿਗੁਰੂ ਜੀ ਉੱਥੇ ਤੇ ਵਿਪਰ ਜਿਹੜੇ ਨੇ ਉਹ ਭਗਤੀ ਦੀ ਥਾਂ ਤੇ ਕੇਵਲ ਤਰਕ ਦੇ ਵਿੱਚ ਹੀ, ਚਰਚਾ ਦੇ ਵਿੱਚ ਹੀ ਸਮਾਂ ਕੱਢ ਦਿੰਦੇ ਨੇ। ਉਹ ਭਗਤੀ ਤੋਂ ਹੀਣੇ ਹਨ। ਕਰਮ ਕਾਂਡ ਮੈਂ ਸੋ ਲਪਟਾਏ। ਭਗਤੀ ਦੀ ਥਾਂ, ਨਾਮ ਜਪਣ ਦੀ ਥਾਂ ਉਹ ਕਰਮ ਕਾਂਡਾਂ ਨੂੰ ਜ਼ਿਆਦਾ ਤਰਜੀਹ ਦਿੰਦੇ ਨੇ ਤੇ ਕਰਮ ਕਾਂਡ, ਉਪਾਸ਼ਨਾ, ਇਹਨਾਂ ਚੀਜ਼ਾਂ ਦੇ ਉੱਪਰ ਜ਼ਿਆਦਾ ਜ਼ੋਰ ਦਿੰਦੇ ਹਨ। ਮੈਂ ਉਪਾਸ਼ਨਾ ਮਨ ਮੈਂ ਲਿਆਏ। ਪਰਮੇਸ਼ਰ ਦੀ ਭਗਤੀ, ਨਾਮ ਜਪਣਾ, ਸਿਮਰਨ ਕਰਨਾ, ਇਸ ਕਰਮ ਨੂੰ ਉਹ ਮਨ ਵਿੱਚ ਨਹੀਂ ਟਿਕਾਉਂਦੇ। ਕਹਿਓ ਗੁਰੂ ਸੋ ਭਗਤੀ ਜਾਣੈ। ਸਤਿਗੁਰ ਪਾਤਸ਼ਾਹ ਉਹ ਵੀ ਲੋਕ ਭਗਤੀ ਨਾਲ ਜੁੜ ਜਾਣ। ਇਹ ਤੇ ਤੁਸੀਂ ਕਿਰਪਾ ਕਰੋਗੇ ਕਿ ਉਹ ਬਖਸ਼ਿਸ਼ ਹੋ ਜਾਏ। ਤੇ ਸਤਿਗੁਰੂ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਕਿ ਇਹ ਸਾਰੇ ਹੀ ਭਗਤੀ ਨਾਲ ਜੁੜ ਜਾਣਗੇ, ਪਰਮੇਸ਼ਰ ਦੀ ਬੰਦਗੀ ਕਰਨ ਲੱਗ ਪੈਣਗੇ, ਪਰਮੇਸ਼ਰ ਦੀ ਭਗਤੀ ਕਰਨ ਲੱਗ ਪੈਣਗੇ। ਨਹੀਂ ਕਮਾਵਤ ਜਿਮ ਅਨਜਾਨੈ। ਭਾਵੇਂ ਉਹ ਅਣਜਾਣ ਨੇ, ਅਜੇ ਉਹਨਾਂ ਨੂੰ ਭਗਤੀ ਦੀ ਸਮਝ ਨਹੀਂ, ਪਰਮੇਸ਼ਰ ਦੀ ਭਗਤੀ ਦੀ ਵਡਿਆਈ ਦਾ ਪਤਾ ਨਹੀਂ ਹੈ, ਪਰ ਜਦੋਂ ਤੁਸੀਂ ਉੱਥੇ ਪਹੁੰਚੋਗੇ, ਉਹ ਅੱਜ ਭਾਵੇਂ ਭਗਤੀ ਦੀ ਕਮਾਈ ਨਹੀਂ ਕਰਦੇ, ਸਿਮਰਨ ਦੀ ਕਮਾਈ, ਨਾਮ ਦੀ ਕਮਾਈ ਨਹੀਂ ਕਰਦੇ, ਪਰ ਜਦੋਂ ਤੁਸੀਂ ਪਹੁੰਚੋਗੇ ਉਹਨਾਂ ਨੂੰ ਸਮਝ ਆਵੇਗੀ। ਪਹੁੰਚੈ ਜਬ ਤੋ ਦਰਸ਼ਨ ਪਹਿ। ਸਤਿਗੁਰੂ ਪਾਤਸ਼ਾਹ ਮਹਾਰਾਜ ਬੜੇ ਪਿਆਰ ਦੇ ਨਾਲ ਇਹ ਕਹਿੰਦੇ ਨੇ ਕਿ ਭਾਈ ਮਾਧੋ, ਜਦੋਂ ਤੁਸੀਂ ਜਾਓਗੇ ਉਹ ਤੁਹਾਡੇ ਜਦੋਂ ਦਰਸ਼ਨ ਕਰਨਗੇ, ਹਿਰਦੈ ਉਪਾਸਨ ਕੋ ਉਪਜੈ ਹੈ। ਤੁਹਾਡੇ ਦਰਸ਼ਨ ਕਰਕੇ, ਤੁਹਾਡੇ ਬਚਨ ਸੁਣ ਕੇ ਉਹਨਾਂ ਦੇ ਮਨ ਵਿੱਚ ਪਰਮੇਸ਼ਰ ਦੀ ਭਗਤੀ, ਨਾਮ ਜਪਣ ਦਾ ਚਾਅ ਉਹਨਾਂ ਦੇ ਮਨ ਵਿੱਚ ਪੈਦਾ ਹੋ ਜਾਏਗਾ। ਸੰਸਕ੍ਰਿਤ ਜਿਮ ਵਿਪਰਨ ਪਿਆਰੀ। ਚੇਤੇ ਰੱਖਿਓ, ਭਾਸ਼ਾਵਾਂ ਸਾਰੀਆਂ ਹੀ ਸਤਿਕਾਰਯੋਗ ਨੇ। ਪੰਡਤਾਂ ਨੂੰ, ਬ੍ਰਾਹਮਣਾਂ ਨੂੰ ਜਿਵੇਂ ਸੰਸਕ੍ਰਿਤ ਦੀ ਭਾਸ਼ਾ ਬਹੁਤ ਪਿਆਰੀ ਹੈ। ਪਠੈ ਸੁਨੈ ਮਾਨੈ ਉਰ ਧਾਰੀ। ਉਹ ਪਿਆਰ ਦੇ ਨਾਲ ਸੰਸਕ੍ਰਿਤ ਭਾਸ਼ਾ ਨੂੰ ਪੜ੍ਹਦੇ ਨੇ, ਸੁਣਦੇ ਨੇ, ਉਹਦੇ ਬਚਨਾਂ ਨੂੰ ਹਿਰਦੇ ਵਿੱਚ ਮੰਨਦੇ ਵੀ ਹਨ। ਤਿਮ ਸਿੱਖਨ ਕੋ ਸਤਿਗੁਰ ਬਾਣੀ। ਜਿਵੇਂ ਪੰਡਤਾਂ ਨੂੰ ਸੰਸਕ੍ਰਿਤ ਦੀ ਬਾਣੀ, ਭਾਵ ਸੰਸਕ੍ਰਿਤ ਦੀ ਭਾਸ਼ਾ ਪਸੰਦ ਹੈ,
ਇਸੇ ਤਰ੍ਹਾਂ ਸਿੱਖਾਂ ਨੂੰ ਗੁਰਬਾਣੀ ਪਸੰਦ ਹੈ, ਗੁਰੂ ਕੇ ਬਚਨ, ਗੁਰਮੁਖੀ ਭਾਸ਼ਾ ਨਾਲ ਸਿੱਖ ਪਿਆਰ ਕਰਦੇ ਹਨ। ਸੁਨਤ ਸ਼ਰੋਣ ਜੈ ਮਤ ਹਰ ਖਾਨੀ। ਕਹਿੰਦੇ ਜਿਹੜਾ ਵੀ ਫਿਰ ਇਹ ਗੁਰੂ ਕੀ ਬਾਣੀ ਨੂੰ ਸਿੱਖ ਸੁਣਦਾ ਹੈ, ਸੁਣਦਿਆਂ ਸਾਰ ਆਪਣੇ ਕੰਨਾਂ ਨਾਲ ਉਹਦੀ ਮੱਤ ਵਿੱਚ ਖੇੜਾ ਆ ਜਾਂਦਾ ਹੈ, ਖੁਸ਼ੀ ਨਾਲ ਸਿੱਖ ਲਬਰੇਜ ਹੋ ਜਾਂਦਾ ਹੈ। ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼। ਇਹ ਅਵਸਥਾ ਸਿੱਖਾਂ ਦੀ ਬਾਣੀ ਸੁਣ ਕੇ ਬਣਦੀ ਹੈ। ਲੈ ਗੁਰ ਆਏ ਸੁਹੈ ਕਰ ਤਿਆਰੀ। ਸਤਿਗੁਰਾਂ ਦੀ ਆਗਿਆ ਲੈ ਕੇ ਹੁਣ ਭਾਈ ਮਾਧੋ ਜੀ ਤਿਆਰੀ ਕਰਦੇ ਨੇ ਉੱਥੇ ਗੁਰਬਾਣੀ ਦੀ ਵਡਿਆਈ ਪ੍ਰਗਟ ਕਰਨ ਵਾਸਤੇ। ਗਮਨਿਓ ਗੁਰਮਤ ਦੇਨ ਪਹਾੜੀ। ਪਹਾੜੀਆਂ ਦੇ ਵਿੱਚ ਪਹਾੜੀ ਲੋਕਾਂ ਨੂੰ ਗੁਰਮਤ ਦੀ ਮਰਿਆਦਾ ਦੱਸਣ ਵਾਸਤੇ ਕਸ਼ਮੀਰ ਦੀ ਧਰਤੀ ਤੇ ਗੁਰਮਤ ਦਾ ਪ੍ਰਚਾਰ ਕਰਨ ਲਈ ਭਾਈ ਮਾਧੋ ਚੱਲੇ ਹਨ। ਗੁਰ ਸ਼ਬਦਨ ਕੀ ਪੋਥੀ ਲੀਨ। ਆਪਣੇ ਕੋਲ ਹੁਣ ਨਾਲ ਕੀ ਸਾਂਭਿਆ ਹੈ? ਸਤਿਕਾਰ ਦੇ ਸਹਿਤ ਗੁਰੂ ਦੇ ਸ਼ਬਦ ਦੀ ਪੋਥੀ ਲੈ ਕੇ ਚੱਲੇ ਨੇ। ਅੱਜ ਅਸੀਂ ਚੱਲਦੇ ਹਾਂ, ਸਾਨੂੰ ਇਹ ਤੇ ਪਤਾ ਹੈ ਸਮਾਨ ਕਿਹੜਾ ਲੈ ਕੇ ਜਾਣਾ ਹੈ, ਮੋਬਾਈਲ ਦਾ ਵੀ ਪਤਾ, ਚਾਰਜਰ ਦਾ ਵੀ ਪਤਾ, ਪਰ ਬਾਣੀ ਵੀ ਪੜ੍ਹਨੀ ਹੈ ਕਿਤੇ ਇਹ ਬਹੁਤ ਘੱਟ ਧਿਆਨ ਹੁੰਦਾ ਹੈ। ਨਿਤਨੇਮ ਵੀ ਕਰਨਾ ਹੈ। ਹੁਣ ਤੇ ਚਲੋ ਸਾਧਨ ਆ ਗਏ, ਪਰ ਅਸੀਂ ਪੁਰਾਣੇ ਗੁਰਸਿੱਖਾਂ ਦੇ ਜਦੋਂ ਦਰਸ਼ਨ ਕਰਦੇ ਹਾਂ ਖਜ਼ਾਨਾ ਲੈ ਕੇ ਚੱਲਦੇ ਸੀ, ਜਿਹ 'ਚ ਬਾਣੀ ਦੀਆਂ ਪੋਥੀਆਂ ਗੁਟਕੇ ਹੋਇਆ ਕਰਦੇ ਸੀ ਕਿ ਜਿੱਥੇ ਕਿਤੇ ਜਾਵਾਂਗੇ ਇਹ ਗੁਰੂ ਕਾ ਸ਼ਬਦ, ਇਹਦੇ ਤੋਂ ਅਗਵਾਈ ਲੈ ਕੇ ਚੱਲਣੀ ਹੈ। ਤੇ ਭਾਈ ਮਾਧੋ ਜੀ ਪੋਥੀਆਂ ਬੜੇ ਸਤਿਕਾਰ ਨਾਲ ਲੈ ਕੇ ਜਾਂਦੇ ਹਨ। ਅਰਥ ਕਰਨ ਮੈਂ ਸਮਤ ਪ੍ਰਵੀਨ। ਬੜੇ ਸਿਆਣੇ ਨੇ, ਬੜੇ ਸੂਝਵਾਨ ਨੇ, ਜਿਹੜੇ ਗੁਰਬਾਣੀ ਦੇ ਬੜੇ ਪਿਆਰ ਨਾਲ ਅਰਥ ਸਮਝਾਉਣ ਵਾਲੇ ਹਨ ਭਾਈ ਮਾਧੋ ਜੀ। ਪੁਰ ਮੈਂ ਕਰਿਓ ਜਾਏ ਕਿਤ ਡੇਰਾ। ਕਸ਼ਮੀਰ ਦੀ ਧਰਤੀ ਤੇ ਪਹੁੰਚ ਗਏ, ਇੱਕ ਰਮਣੀਕ ਥਾਂ ਜਿੱਥੇ ਬਹੁਤ ਸਾਰੇ ਲੋਕਾਂ ਦਾ ਵਾਸਾ ਸੀ। ਉੱਥੇ ਜਾ ਕੇ ਆਪਣਾ ਟਿਕਾਣਾ ਕਰ ਲਿਆ, ਇੱਕ ਡੇਰਾ ਭਾਵ ਜਿੱਥੇ ਇੱਕ ਛਾਵਨੀ ਡੇਰਾ ਉਹਨਾਂ ਬਣਾਇਆ ਹੈ। ਉਪਦੇਸ਼ਨ ਲਾਗਿਓ ਜਿਸ ਬੇਰਾ। ਜਿੱਥੇ ਬਾਣੀ ਆਪ ਪੜ੍ਹਦੇ ਨੇ ਉੱਥੇ ਨਾਲ ਨਾਲ ਬਾਣੀ ਦੀ ਵਿਚਾਰ, ਗੁਰੂ ਕੇ ਉਪਦੇਸ਼ ਦੀ ਵਿਚਾਰ ਵੀ ਸੰਗਤਾਂ ਵਿੱਚ ਕਰਨ ਲੱਗ ਪਏ ਹਨ। ਮਿਲ ਪੰਡਿਤ ਮਾਧੋ ਢਿਗ ਆਏ। ਤੇ ਜਦੋਂ ਭਾਈ ਮਾਧੋ ਜੀ ਰੋਜ਼ ਗੁਰਬਾਣੀ ਦੀ ਵਿਚਾਰ ਕਰਦੇ ਐ, ਕਥਾ ਕਰਦੇ, ਇੱਕ ਦਿਨ ਬਹੁਤ ਸਾਰੇ ਪੰਡਿਤ ਇਕੱਠੇ ਹੋ ਕੇ ਭਾਈ ਮਾਧੋ ਜੀ ਦੇ ਕੋਲ ਆਉਂਦੇ ਹਨ। ਭਾਖਾ ਕੀ ਨਾ ਕਥਾ ਹਮ ਭਾਏ। ਕਹਿਣ ਲੱਗੇ ਸਾਨੂੰ ਭਾਖਾ ਭਾਵ ਲੋਕ ਭਾਸ਼ਾ, ਆਮ ਬੋਲਚਾਲ ਦੀ ਭਾਸ਼ਾ, ਦੇਵ ਬਾਣੀ ਨੂੰ ਛੱਡ ਕੇ ਇਹ ਆਮ ਬੋਲਚਾਲ ਦੀ ਭਾਸ਼ਾ ਸਾਨੂੰ ਚੰਗੀ ਨਹੀਂ ਲੱਗਦੀ। ਸੁਰ ਬਾਣੀ ਤਜ ਕਿਮ ਇਹ ਧਾਰੈ। ਕਹਿਣ ਲੱਗੇ ਦੇਵਤਿਆਂ ਦੀ ਬਾਣੀ ਛੱਡ ਕੇ ਤੁਸੀਂ ਆਮ ਬੋਲਚਾਲ ਦੀ ਭਾਸ਼ਾ ਜਿਹੜੀ ਹੈ, ਉਹ ਆਮ ਭਾਸ਼ਾ, ਲੋਕ ਭਾਸ਼ਾ ਜਿਹੜੀ ਹੈ, ਇਹਦੇ ਰਾਹੀਂ ਉਪਦੇਸ਼ ਦੇਣ ਲੱਗ ਪਏ ਹੋ। ਕਹਿੰਦੇ ਇਹ ਕਿਸ ਤਰੀਕੇ ਨਾਲ ਤੁਸੀਂ ਧਾਰਨ ਕੀਤੀ ਹੈ? ਨਹਿ ਆਵਤ ਇਮਰਦੈ ਹਮਾਰੈ। ਕਹਿੰਦੇ ਇਹ ਭਾਸ਼ਾ ਤੇ ਸਾਡੇ ਹਿਰਦੇ ਦੇ ਵਿੱਚ ਨਹੀਂ ਵਸਦੀ, ਅਸੀਂ ਤੇ ਦੇਵ ਬਾਣੀ ਪੜ੍ਹਨ ਵਾਲੇ ਹਾਂ। ਸੁਨ ਮਾਧੋ ਤਵ ਜੁਗਤ ਬਖਾਨੀ। ਭਾਈ ਮਾਧੋ ਦਾ ਵੇਖੋ ਸਮਝਾਉਣ ਦਾ ਢੰਗ ਹੈ। ਹਰ ਬੰਦੇ ਨੂੰ ਆਪਣੀ ਭਾਸ਼ਾ ਪਿਆਰੀ ਹੁੰਦੀ ਹੈ, ਪਰ ਇਹ ਵੀ ਕਾਰਨ ਸੀ ਕਿ ਸੰਸਕ੍ਰਿਤ ਭਾਸ਼ਾ ਜਿਸ ਨੂੰ ਸਾਡੇ ਦੇਸ਼ ਦੇ ਵਿਪਰ ਸਮਾਜ ਵੱਲੋਂ ਆਪ ਇਹ ਕਹਿ ਕੇ ਕਿ ਇਹ ਦੇਵ ਬਾਣੀ ਹੈ, ਆਮ ਲੋਕਾਂ ਨੂੰ ਇਹਦੇ ਤੋਂ ਅਣਜਾਣ ਰੱਖਿਆ ਗਿਆ। ਕਈ ਵਾਰ ਇੱਥੋਂ ਤੱਕ ਕਿ ਧਾਰਮਿਕ ਤੌਰ ਤੇ ਕੋਈ ਧਾਰਮਿਕ ਸਥਾਨਾਂ ਤੇ ਜਾਂਦਾ, ਭਗਤ ਨਾਮਦੇਵ ਜੀ ਦੀ ਉਦਾਹਰਣ ਸਭ ਤੋਂ ਵੱਡੀ ਹੈ ਕਿ ਕਿਵੇਂ ਉਹਨਾਂ ਨੂੰ ਮੰਦਿਰ ਦੇ ਵਿੱਚੋਂ ਧਾਰਮਿਕ ਸਥਾਨ ਤੋਂ ਬਾਹਰ ਕੱਢਿਆ ਗਿਆ। ਜਾਤ ਦੇ ਆਧਾਰ ਤੇ ਵਿਤਕਰੇ ਪਾਏ ਗਏ। ਇਹ ਬੰਦਾ ਪੜ੍ਹ ਸਕਦਾ ਹੈ, ਇਸ ਜਾਤ ਵਾਲੇ ਨੂੰ ਪੜ੍ਹਨ ਦਾ ਅਧਿਕਾਰ ਨਹੀਂ, ਇਸ ਜਾਤ ਵਾਲਾ ਇਹ ਧਰਮ ਗ੍ਰੰਥ ਨਹੀਂ ਪੜ੍ਹ ਸਕਦਾ, ਇਸ ਜਾਤ ਵਾਲਾ ਪੜ੍ਹ ਸਕਦਾ ਹੈ। ਇਹਦਾ ਮਤਲਬ ਹਰ ਬੰਦਾ ਇਹ ਸੰਸਕ੍ਰਿਤ ਭਾਸ਼ਾ ਪੜ੍ਹਨ ਦਾ ਅਧਿਕਾਰੀ ਨਹੀਂ ਸੀ, ਗਿਆਨ ਲੈਣ ਦਾ ਅਧਿਕਾਰੀ ਨਹੀਂ ਸੀ। ਹੁਣ ਭਾਈ ਮਾਧੋ ਜੀ ਬੜੇ ਸੁੰਦਰ ਢੰਗ ਦੇ ਨਾਲ ਪਹਿਲਾਂ ਉਹਨਾਂ ਦੀ ਗੱਲ ਸੁਣਦੇ ਐ ਤੇ ਫਿਰ ਬੜੀ ਸੁੰਦਰ ਜੁਗਤੀ ਦੇ ਨਾਲ ਗੁਰਮੁਖੀ ਦੀ, ਗੁਰਬਾਣੀ ਦੀ ਵਡਿਆਈ ਦੱਸਣ ਵਾਸਤੇ ਇੱਕ ਜੁਗਤੀ ਉਹਨਾਂ ਨੇ ਬਖਿਆਨ ਕੀਤੀ। ਜਿਸ ਨਰ ਲਾਗੀ ਖੁਦਾ ਮਹਾਨੀ। ਵੇਖੋ ਬੜੇ ਸਤਿਕਾਰ ਨਾਲ, ਬੜੇ ਪਿਆਰ ਦੇ ਨਾਲ, ਕਿਉਂਕਿ ਜਦੋਂ ਕਿਤੇ ਚਰਚਾ ਹੋਵੇ ਜਿਹਨੂੰ ਪਤਾ ਹੀ ਨਹੀਂ, ਮੇਰੇ ਸਤਿਗੁਰਾਂ ਨੇ ਸਮਝਾਉਣ ਦਾ, ਚਰਚਾ ਕਰਨ ਦਾ ਤਰੀਕਾ ਵੀ ਦੱਸਿਆ। ਰੋਸ ਨਾ ਕੀਜੈ ਉੱਤਰ ਦੀਜੈ। ਗੁੱਸਾ ਨਹੀਂ ਕਰਨਾ, ਉੱਤਰ ਦੇਣਾ ਹੈ। ਪਿਆਰ ਨਾਲ ਚਰਚਾ ਕਰੀਏ, ਦੁਵਿਧਾ ਦੂਰ ਕਰੀਏ। ਹੁਣ ਉਹਨਾਂ ਨੂੰ ਨਹੀਂ ਸਮਝ ਤੇ ਭਾਈ ਮਾਧੋ ਜੀ ਸਮਝਾਉਂਦੇ ਨੇ ਪਿਆਰੇ ਪੰਡਤਾਂ ਨੂੰ ਕਿ ਤੁਸੀਂ ਸਾਰੇ ਆਏ ਹੋ, ਪਰ ਇੱਕ ਗੱਲ ਦੱਸਿਓ, ਤੁਸੀਂ ਕਹਿੰਦੇ ਹੋ ਦੇਵ ਬਾਣੀ ਬਹੁਤ ਮਹਾਨ ਹੈ, ਆਮ ਲੋਕ ਭਾਸ਼ਾ ਨੂੰ ਤੁਸੀਂ ਸਤਿਕਾਰ ਨਹੀਂ ਕਰਦੇ,
ਪਰ ਜੇ ਕਿਤੇ ਕਿਸੇ ਮਨੁੱਖ ਨੂੰ ਬਹੁਤ ਜ਼ਿਆਦਾ ਕਿਤੇ ਸਾਧ ਸੰਗਤ ਜੀ ਭੁੱਖ ਲੱਗੀ ਹੋਵੇ, ਤੇ ਭਾਈ ਮਾਧੋ ਜੀ ਪੰਡਤਾਂ ਨੂੰ ਕਹਿੰਦੇ ਨੇ, ਪੰਡਤ ਜੀ ਜੇ ਕਿਸੇ ਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਹੋਵੇ, ਸੋ ਜੇ ਪ੍ਰਤੀਖੈ ਕੈਚਨ ਬਾਸਨ, ਤੇ ਸ਼ਰਤ ਰੱਖੀ ਹੋਵੇ ਪ੍ਰਸ਼ਾਦਾ ਤਾਂ ਮਿਲੇਗਾ, ਭੋਜਨ ਤਾਂ ਮਿਲੇਗਾ ਜੇ ਸੋਨੇ ਦੇ ਭਾਂਡੇ ਹੋਣ। ਸੋਨੇ ਦੇ ਭਾਂਡੇ ਵਿੱਚ ਹੀ ਭੋਜਨ ਛਕਣਾ ਹੈ, ਤੇ ਉਹ ਸੋਨੇ ਦੇ ਭਾਂਡਿਆਂ ਦੀ ਉਡੀਕ ਕਰਦਾ ਹੋਵੇ। ਕਰੇ ਯਤਨ ਤੇ ਪੂਜੈ ਆਸਨ, ਇਹੀ ਯਤਨ ਵਿੱਚ ਹੋਵੇ ਕਿ ਸੋਨੇ ਦਾ ਭਾਂਡਾ ਹੋਵੇ, ਸ਼ਰਤ ਹੋਵੇ ਸੋਨੇ ਦੇ ਭਾਂਡੇ ਵਿੱਚ ਹੀ ਭੋਜਨ ਛਕਣਾ ਹੈ। ਤੇ ਸੋਨੇ ਦਾ ਭਾਂਡਾ ਜੇ ਕੋਲ ਨਾ ਪਹੁੰਚੇ ਤਾਂ ਪ੍ਰਾਨ ਹਾਨ ਤਬ ਲੋ ਹੋਏ ਜਾਤ। ਇਹੋ ਜਿਹਾ ਮਨੁੱਖ ਹੁਣ ਭੁੱਖ ਲੱਗੀ ਹੈ, ਸਰੀਰ ਦੀ ਲੋੜ ਹੈ, 3.5 ਮਣ ਦੇਹੋਰੀ ਚੱਲੇ ਪਾਣੀ ਅੰਨ, ਇਹ ਸਰੀਰ ਤੇ ਅੰਨ ਪਾਣੀ ਦੀ ਲੋੜ ਹੈ। ਇਹ ਤੇ ਜਿੰਨੀ ਦੇਰ ਤੱਕ ਪੇਟ ਨਾ ਪਈਆਂ ਰੋਟੀਆਂ ਸਭੇ ਗੱਲਾਂ ਖੋਟੀਆਂ, ਗਿਆਨ ਕਰੇ ਧਿਆਨ ਕਰੇ ਛੱਡੂ ਨਾਹੀ ਪੇਟ ਸਭੇ ਗੱਲਾਂ ਸੁਥਰਿਆ, 2 ਰੋਟੀਆਂ ਦੇ ਹੇਠ। ਬਾਣੀ 'ਚ ਵੀ ਆਪਾਂ ਪੜ੍ਹਦੇ ਹਾਂ, ਭੁੱਖੇ ਭਗਤ ਨਾ ਕੀਜੈ ਇਹ ਮਾਲਾ ਆਪਣੀ ਲੀਜੇ। ਗੱਲ ਤੇ ਭੁੱਖ ਤੋਂ ਬਗੈਰ ਤੇ ਇਹ ਜਿਹੜੀ ਭੁੱਖ ਅਵਸਥਾ 'ਚ ਭਗਤੀ ਵੀ ਨਹੀਂ ਕੀਤੀ ਜਾ ਸਕਦੀ। ਇਸ ਕਰਕੇ ਪੇਟ ਵਿੱਚ ਕੁਝ ਜਾਏਗਾ, ਲੋੜ ਮਾਤਰ ਖੁਰਾਕ ਜਾਏਗੀ ਤਾਂ ਹੀ ਬੰਦਾ ਬੰਦਗੀ ਵੱਲ ਜੁੜੇਗਾ। ਇਸ ਕਰਕੇ ਲੋੜ ਮਾਤਰ ਥੋੜਾ ਸਵੈ ਥੋੜਾ ਹੀ ਖਾਵੇ, ਗੁਰਮੁਖ ਸੋਈ ਸਹਿਜ ਸਮਾਵੇ। ਭਾਈ ਗੁਰਦਾਸ ਜੀ ਨੇ ਵੀ ਜ਼ਿਕਰ ਕੀਤਾ। ਇਸ ਕਰਕੇ ਅੰਨ ਛੱਡਿਆਂ ਗੱਲ ਨਹੀਂ ਬਣਨੀ। ਅੰਨ ਤੇ ਰਹਿਤਾ ਦੁੱਖ ਦੇਹੀ ਸਹਿਤਾ, ਹੁਕਮ ਨਾ ਬੂਝੈ ਵਿਆਪਿਆ ਮਮਤਾ। ਗੱਲ ਤੇ ਅੰਨ ਦੀ ਹੈ। ਹੁਣ ਜਿਹੜਾ ਅੰਨ ਸਰੀਰ ਦੀ ਲੋੜ ਹੈ, 3.5 ਮਣ ਦੇਹੋਰੀ ਚੱਲੇ ਪਾਣੀ ਅੰਨ, ਇਹਨੂੰ ਅੰਨ ਪਾਣੀ ਦੀ ਲੋੜ। ਹੁਣ ਸਰੀਰ ਨੂੰ ਲੋੜ ਹੋਵੇ ਭੋਜਨ ਦੀ ਸੰਗਤ ਜੀ, ਤੇ ਜਦੋਂ ਭੋਜਨ ਛਕਣ ਦੀ ਥਾਂ ਬੰਦਾ ਜਿੱਦ ਪਕੜ ਕੇ ਬੈਠਾ ਹੋਵੇ ਕਿ ਸੋਨੇ ਦਾ ਭਾਂਡਾ ਹੋਏ ਤੇ ਮੈਂ ਛਕਾਂਗਾ, ਪਰ ਜੇ ਸੋਨੇ ਦਾ ਭਾਂਡਾ ਨਾ ਮਿਲ ਸਕੇ ਤੇ ਹੁਣ ਜਿਹੜੀ ਸਰੀਰ ਦੀ ਖੁਰਾਕ ਉਸ ਜਿੱਦ ਕਰਕੇ ਪੂਰੀ ਨਹੀਂ ਹੁੰਦੀ ਹੈ, ਤੇ ਕਈ ਵਾਰ ਜਾਨ ਜਾਣ ਦਾ ਵੀ ਖਤਰਾ ਰਹਿੰਦਾ ਹੈ। ਬਿਨ ਤਿਸ ਮਿਲੇ ਨਾ ਭੋਜਨ ਖਾਤ, ਕਹਿੰਦੇ ਜੇ ਫਿਰ ਹੁਣ ਪ੍ਰਾਣ ਕਿਉਂਕਿ ਚੱਲਣੇ ਹੀ ਆ ਅੰਨ ਕਰਕੇ ਹੈ, ਤੇ ਸ਼ਰਤ ਹੈ ਸੋਨੇ ਦਾ ਭਾਂਡਾ। ਸੋਨੇ ਦਾ ਭਾਂਡਾ ਮਿਲਿਆ ਨਹੀਂ, ਭੋਜਨ ਛਕਿਆ ਨਹੀਂ, ਤੇ ਕਹਿੰਦੇ ਫਿਰ ਇਸ ਤਰ੍ਹਾਂ ਭੋਜਨ ਨਾ ਖਾਣ ਕਰਕੇ ਜਿੰਦ ਵੀ ਕਈ ਵਾਰ ਗਵਾਉਣ ਦਾ ਖਤਰਾ ਬਣ ਜਾਂਦਾ ਹੈ। ਦੂਸਰ ਸ਼ੁਦਤ ਆਹਾਰ ਨਿਹਾਰਾ, ਦੂਸਰੇ ਪਾਸੇ ਇੱਕ ਉਹ ਮਨੁੱਖ ਹੈ ਜਿਹਦੇ ਅੰਦਰ ਜਿਹਨੂੰ ਵੀ ਭੁੱਖ ਲੱਗੀ ਹੈ, ਤੇ ਭੁੱਖੇ ਮਨੁੱਖ ਨੇ ਜਦੋਂ ਸਾਹਮਣੇ ਆਹਾਰ ਵੇਖਿਆ, ਜਿਸ ਕਿਸ ਬਾਸਨ ਸੁਚ ਮੈਂ ਧਾਰਾ, ਉਹਨੇ ਇਹ ਨਹੀਂ ਵੇਖਿਆ ਭਾਂਡਾ ਸੋਨੇ ਦਾ ਕਿ ਕਿਹੜਾ, ਉਹਨੇ ਸਾਫ਼ ਸੁਥਰਾ ਭਾਂਡਾ ਵੇਖਿਆ। ਭਾਂਡਾ ਸਾਫ਼ ਚਾਹੀਦਾ ਹੈ, ਸਾਫ਼ ਸੁਥਰੇ ਭਾਂਡੇ ਦੇ ਵਿੱਚ ਭੋਜਨ ਪਰੋਸਿਆ ਗਿਆ। ਅਚੈ ਆਨੰਦ ਹੋਏ ਕਰ ਜੀਵਤ, ਕਹਿੰਦੇ ਉਹ ਕਿਸੇ ਵੀ ਭਾਂਡੇ ਦੇ ਵਿੱਚ ਜਿਹਨੂੰ ਭੁੱਖ ਲੱਗੀ ਹੋਵੇ, ਉਹ ਭਾਂਡੇ ਦੀ ਕੇਵਲ ਸਫਾਈ ਵੇਖਦਾ, ਇਹ ਨਹੀਂ ਵੇਖਦਾ ਭਾਂਡਾ ਕਿਹੜਾ ਹੈ ਕਿਹੜਾ ਨਹੀਂ। ਉਹ ਉਸ ਭਾਂਡੇ 'ਚੋਂ ਭੋਜਨ ਛਕਦਾ ਹੈ, ਆਨੰਦ ਲੈਂਦਾ ਹੈ, ਤੇ ਜੀਵਨ ਜਿਉਂਦਾ ਆਨੰਦ ਮਾਣਦਾ ਹੈ। ਸਰਬ ਭਾਂਤ ਕੋ ਸਮਰੱਥ ਥੀਵਤ, ਇਸ ਤਰ੍ਹਾਂ ਸਰੀਰ ਦੀ ਖੁਰਾਕ ਦੇ ਕੇ ਉਹ ਹਰ ਤਰੀਕੇ ਨਾਲ ਸਮਰੱਥ ਹੋ ਕਰਕੇ ਜ਼ਿੰਦਗੀ ਜਿਉਂਦਾ ਹੈ। ਮਹਾ ਜਤਨ ਤੇ ਲੈ ਸੁਰਬਾਨੀ, ਕਹਿੰਦੇ ਦੂਸਰੇ ਪਾਸੇ ਜਿਵੇਂ ਸੰਸਕ੍ਰਿਤ ਦੀ ਭਾਸ਼ਾ, ਤੁਸੀਂ ਕਹੋ ਹੁਣ ਜਿਹੜਾ ਗਿਆਨ ਹੈ, ਗਿਆਨ ਆਤਮਿਕ ਭੋਜਨ ਹੈ, ਤੇ ਜਿਹੜਾ ਗਿਆਨ ਤੁਸੀਂ ਕਹੋ ਹੁਣ ਸੰਸਕ੍ਰਿਤ ਦੀ ਭਾਸ਼ਾ ਵਿੱਚ ਹੀ ਹੋਵੇ, ਕਿ ਇਸ ਭਾਸ਼ਾ ਦੇ ਵਿੱਚ ਹੀ ਤੁਸੀਂ ਯਤਨ ਕਰੋ ਕਿ ਹੁਣ ਕੇਵਲ ਪਹਿਲਾਂ ਸੰਸਕ੍ਰਿਤ ਕੋਈ ਆ ਕਰਕੇ ਸਿੱਖੇ। ਪੁਨ ਹੰਕਾਰ ਹੋਤ ਉਰਿਆਨੀ, ਤੇ ਹੁਣ ਸੰਸਕ੍ਰਿਤ ਦੀ ਭਾਸ਼ਾ ਕੋਈ ਸਿੱਖ ਲੈਂਦਾ ਹੈ, ਫਿਰ ਭਾਸ਼ਾ ਸਿੱਖ ਕੇ ਮਨ ਦੇ ਵਿੱਚ ਉਹ ਬੜਾ ਹੰਕਾਰ ਕਰ ਲੈਂਦਾ ਹੈ। ਸੋਈ ਭਗਤ ਗਿਆਨ ਵਿੱਚ ਭਾਖਾ, ਤੇ ਗੁਰੂ ਸਾਹਿਬ ਨੇ ਫਿਰ ਉਹੀ ਜਿਹੜਾ ਗਿਆਨ ਰੱਬ ਦਾ ਗਿਆਨ ਹੈ, ਪਰਮੇਸ਼ਰ ਦਾ ਗਿਆਨ ਹੈ, ਧੁਰ ਕੀ ਬਾਣੀ ਹੈ, ਰੱਬੀ ਬਾਣੀ ਹੈ, ਉਹ ਆਮ ਬੋਲਚਾਲ ਦੀ ਭਾਸ਼ਾ ਵਿੱਚ ਸਤਿਗੁਰਾਂ ਉਚਾਰਿਆ। ਕਿਉਂਕਿ ਵਿਪਰ ਕਹਿੰਦੇ ਸੀ ਇਹ ਉੱਚ ਜਾਤੀ ਦੇ ਬੰਦਿਆਂ ਨੂੰ ਪੜ੍ਹਨ ਦਾ ਅਧਿਕਾਰ ਹੈ, ਹਰੇਕ ਨੂੰ ਇਹ ਪੜ੍ਹਨ ਦਾ ਅਧਿਕਾਰ ਨਹੀਂ। ਪਰ ਬਾਬੇ ਨੇ ਤੇ ਕਹਿਤਾ ਸੀ ਕਿ ਜਿਨ੍ਹਾਂ ਨੂੰ ਤੁਸੀਂ ਜਾਤ ਦੇ ਆਧਾਰ ਤੇ ਵੰਡਿਆ, ਚੇਤੇ ਰੱਖਿਓ ਜਾਣੋ ਜੋਤ ਨਾ ਪੁੱਛੋ ਜਾਤੀ ਅੱਗੇ ਜਾਤ ਨਾ ਹੈ, ਸਭ ਮੈਂ ਜੋਤ ਜੋਤ ਹੈ ਸੋਇਓ, ਤੇ ਸਭ ਦੇ ਵਿੱਚ ਵਸਿਆ ਹੋਇਆ ਹੈ। ਰੱਬ ਦੇ ਘਰ ਜਾਤਾਂ ਨਹੀਂ ਜਾਣੀਆਂ, ਰੱਬ ਦੇ ਘਰ ਗੋਤਾਂ ਨਹੀਂ ਵੇਖੀਆਂ ਜਾਣੀਆਂ। ਉੱਥੇ ਕਰਮੀ ਆਪੋ ਆਪਣੀ ਕੇ ਨੇੜੇ ਕਿ ਦੂਰ, ਤੇ ਗਿਆਨ ਦੇ ਵਾਸਤੇ ਅਸਲ ਦੇ ਵਿੱਚ ਇਹ ਕਿਸੇ ਭਾਸ਼ਾ ਦੀ ਮੁਤਾਜੀ ਨਹੀਂ, ਆਮ ਬੋਲਚਾਲ ਦੀ ਭਾਸ਼ਾ। ਮੇਰੇ ਸਤਿਗੁਰੂ ਪਾਤਸ਼ਾਹ ਨੇ ਬਚਨ ਉਚਾਰੇ, ਜੇ ਕਿਤੇ ਗਏ ਕਿਸੇ ਨੂੰ ਫਾਰਸੀ ਸਮਝ ਆਉਂਦੀ ਹੈ, ਫਾਰਸੀ ਵਿੱਚ ਬਚਨ ਉਚਾਰ ਦਿੱਤੇ। ਜੇ ਕਿਸੇ ਨੂੰ ਮੇਰੇ ਪਾਤਸ਼ਾਹ ਵੇਖਦੇ ਨੇ ਅਰਬੀ 'ਚ ਬਚਨ ਉਚਾਰੇ, ਸੰਸਕ੍ਰਿਤੀ 'ਚ ਬਚਨ ਉਚਾਰੇ।
ਸਿੰਧੀ ਵੀਰਾਂ ਕੋਲ ਗਏ, ਸਿੰਧੀ 'ਚ ਵੀ ਬਚਨ ਕਰਤੇ, ਤੂੰ ਚਾਓ ਸੱਜਣ ਮਹਿੰਡਿਆ। ਜਿਵੇਂ ਆਪਾਂ ਕਹਿੰਦੇ ਨਾ ਸਾਰੇ ਬੋਲੋ, ਉਹ ਕਹਿੰਦੇ ਸਭੇ ਚਾਓ, ਚਾਓ ਦਾ ਮਤਲਬ ਬੋਲੋ, ਤੂੰ ਚਾਓ ਰੱਬਾ ਤੂੰ ਬੋਲ ਤੇ ਸਹੀ, ਤੂੰ ਚਾਓ ਸੱਜਣ ਮਹਿੰਡਿਆ। ਡੇਈ ਸਿਸ ਉਤਾਰ ਨੈਣ ਮਹਿੰਜੇ ਤਰਸ ਦੇ, ਕਦ ਪੱਸੀ ਦੀਦਾਰ। ਹਰ ਭਾਸ਼ਾਵਾਂ ਬੜੀਆਂ ਨੇ ਗੁਰਬਾਣੀ ਦੇ ਅੰਦਰ। ਲਿਪੀ ਜਿਹੜੀ ਹੈ ਇਹ ਗੁਰਮੁਖੀ ਹੈ, ਜਿਹੜੀ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਪ੍ਰਸਾਰੀ ਸੀ। ਤੇ ਹਰ ਸਿੱਖ ਦਾ ਇੱਕ ਫਰਜ਼ ਹੈ ਸਾਰੀਆਂ ਭਾਸ਼ਾਵਾਂ ਸਿੱਖ ਕੇ ਵੀ ਆਪਣੇ ਬੱਚਿਆਂ ਨੂੰ ਗੁਰਮੁਖੀ ਭਾਸ਼ਾ ਜਿਹੜੀ ਹੈ, ਇਹ ਲਿਪੀ ਜਿਹੜੀ ਹੈ, ਆਪਣੇ ਬੱਚਿਆਂ ਨੂੰ ਜ਼ਰੂਰ ਸਿਖਾਉਣ ਦਾ ਯਤਨ ਕਰਨਾ ਹੈ। ਤੇ ਘਰੇ ਬੋਲ ਚਾਲ ਵਿੱਚ ਵੀ ਇਹ ਪ੍ਰਵਾਹ ਸਾਡੇ ਚੱਲਣਾ ਚਾਹੀਦਾ ਹੈ। ਹੁਣ ਬੜੇ ਪਿਆਰ ਨਾਲ ਸਮਝਾਉਂਦੇ ਨੇ ਕਿ ਦੇਵਤਿਆਂ ਦੀ ਭਾਸ਼ਾ, ਜਿਹਨੂੰ ਤੁਸੀਂ ਸੰਸਕ੍ਰਿਤ ਨੂੰ ਕਹਿੰਦੇ ਹੋ, ਜੇ ਕੋਈ ਸਿੱਖ ਲੈ ਉਹਦੇ ਮਨ ਵਿੱਚ ਬੜਾ ਹੰਕਾਰ ਆ ਜਾਂਦਾ ਹੈ। ਜਿਸ ਕੋ ਮੁਕਤ ਹੋਣ ਅਬਲਾਖਾ, ਕਹਿੰਦੇ ਜਿਹੜੇ ਆਮ ਬੋਲਚਾਲ 'ਚ ਸਤਿਗੁਰਾਂ ਨੇ ਗਿਆਨ ਦਿੱਤਾ, ਤੇ ਜਿਹਦੇ ਮਨ ਵਿੱਚ ਮੁਕਤੀ ਦੀ ਇੱਛਾ ਹੋਵੇ, ਆਪਣਾ ਜੀਵਨ ਕੋਈ ਸਫਲ ਕਰਨਾ ਚਾਹੁੰਦਾ ਹੋਵੇ, ਗੁਰਮਤਿ ਪਾਏ ਸੋ ਹੋਏ ਨਿਹਾਲਾ। ਤੇ ਸਤਿਗੁਰਾਂ ਨੇ ਮਨੁੱਖਤਾ ਤੇ ਉਪਕਾਰ ਕੀਤਾ। ਆਮ ਲੋਕ ਭਾਸ਼ਾ ਵਿੱਚ, ਗੁਰਮੁਖੀ ਲਿਪੀ ਦੇ ਵਿੱਚ, ਆਮ ਬੋਲਚਾਲ ਦੀ ਭਾਸ਼ਾ ਵਿੱਚ ਸਤਿਗੁਰਾਂ ਨੇ ਇਹ ਬਚਨ ਰੱਬੀ ਗਿਆਨ, ਬ੍ਰਹਮ ਗਿਆਨ ਜਿਹੜਾ ਹੈ ਇਹ ਬਖਸ਼ਿਸ਼ ਕੀਤਾ ਹੈ। ਬ੍ਰਹਮ ਗਿਆਨ ਅਰ ਕ੍ਰਿਤ ਸਮਚਾਲ। ਕਹਿੰਦੇ ਜਿਹੜਾ ਇਹਦੇ ਨਾਲ ਜੁੜ ਗਿਆ, ਗੁਰਮਤਿ ਨਾਲ ਨਿਹਾਲ ਹੁੰਦਾ ਹੈ, ਤੇ ਉਹ ਬ੍ਰਹਮ ਗਿਆਨ ਹੈ। ਜਿਵੇਂ ਘਿਓ ਹੋਇਆ ਕਰਦਾ ਹੈ। ਹੁਣ ਸਾਧ ਸੰਗਤ, ਘਿਓ ਭਾਵੇਂ ਸੋਨੇ ਦੇ ਭਾਂਡੇ ਵਿੱਚ ਪਾ ਲਵੋ, ਭਾਵੇਂ ਘਿਓ ਨੂੰ ਚਮੜੇ ਦੇ ਭਾਂਡੇ ਵਿੱਚ ਪਾ ਲਿਆ ਜਾਵੇ, ਮਿੱਟੀ ਦੇ ਭਾਂਡੇ ਵਿੱਚ ਪਾ ਲਿਆ ਜਾਵੇ, ਉਹ ਘਿਓ ਹਰ ਭਾਂਡੇ ਵਿੱਚ ਰਹਿ ਕੇ ਘਿਓ ਪਵਿੱਤਰ ਹੀ ਰਿਹਾ ਕਰਦਾ ਹੈ। ਘਿਓ ਦਾ ਆਪਣਾ ਪ੍ਰਤਾਪ ਹੈ, ਘਿਓ ਦੀ ਆਪਣੀ ਤਾਕਤ ਹੈ, ਭਾਂਡੇ ਦਾ ਅਸਰ ਨਹੀਂ। ਘਿਓ ਆਪਣੀ ਵਡਿਆਈ ਆਪ ਰੱਖਦਾ ਹੈ। ਕਹਿੰਦੇ ਜਿਵੇਂ ਬ੍ਰਹਮ ਘਿਓ ਹੈ, ਘਿਓ ਵਰਗੀ ਚਾਲ ਬ੍ਰਹਮ ਗਿਆਨ ਦੀ ਹੈ। ਜਿਸ ਕਿਸ ਬਾਸਨ ਰਹਿ ਪੁਨੀਤ। ਹੁਣ ਜਿਹੜਾ ਘਿਓ ਹੈ ਕਿਸੇ ਵੀ ਭਾਂਡੇ ਵਿੱਚ ਰੱਖਿਆ ਜਾਵੇ, ਘਿਓ ਤੇ ਕਿਸੇ ਵੀ ਭਾਂਡੇ ਵਿੱਚ ਰਹਿ ਕੇ ਪਵਿੱਤਰ ਹੀ ਰਹਿੰਦਾ ਹੈ ਨਾ। ਘਿਓ ਕਦੀ ਵੀ ਜਿਹੜਾ ਹੈ ਅਪਵਿੱਤਰ ਨਹੀਂ ਹੁੰਦਾ। ਘਿਓ ਕਿਸੇ ਵੀ ਭਾਂਡੇ ਵਿੱਚ ਰਹਿ ਕੇ ਹਮੇਸ਼ਾ ਹੀ ਪਵਿੱਤਰ ਰਹਿੰਦਾ ਹੈ। ਅੰਗੀਕਾਰੈ ਸਭ ਧਰ ਪ੍ਰੀਤ। ਕੋਈ ਸ਼ੰਕਾ ਨਹੀਂ ਕਰਦਾ ਕਿ ਇਹ ਘਿਓ ਨੂੰ ਕਿਹੜੇ ਭਾਂਡੇ 'ਚ ਲਿਆ ਕੇ ਦਿੱਤਾ ਹੈ। ਇਹ ਮਿੱਟੀ ਦਾ ਭਾਂਡਾ ਸੀ, ਲੋਹੇ ਦਾ ਭਾਂਡਾ ਸੀ, ਇਹ ਸੋਨੇ ਦਾ ਭਾਂਡਾ ਹੈ। ਕੋਈ ਸ਼ੰਕਾ ਨਹੀਂ ਕਰਦਾ। ਘਿਓ ਦੀ ਆਪਣੀ ਵਡਿਆਈ ਹੈ, ਘਿਓ ਦੀ ਆਪਣੀ ਮਹਿਮਾ ਹੈ। ਉੱਥੇ ਕੋਈ ਸ਼ੰਕਾ ਨਹੀਂ ਕਰਦਾ ਘਿਓ ਦੀ ਮਹਾਨਤਾ ਵੇਖ ਕਰਕੇ। ਕਹਿੰਦੇ ਇਹ ਘਿਓ ਹਰ ਕੋਈ ਬੜੇ ਪਿਆਰ ਨਾਲ ਅੰਗੀਕਾਰ ਕਰ ਲੈਂਦਾ ਹੈ। ਤਿਮ ਕਿਸ ਜਾਤ ਵਰਨ ਕਿਸ ਹੋਏ। ਇਸੇ ਤਰ੍ਹਾਂ ਜਿਹੜਾ ਬ੍ਰਹਮ ਗਿਆਨ ਹੈ ਉਹ ਕਿਸੇ ਜਾਤ, ਕਿਸੇ ਵਰਨ, ਕਿਸੇ ਰੰਗ ਨਸਲ ਦੇ ਮਨੁੱਖ ਤੋਂ ਉਚਾਰਨ ਹੋਇਆ ਹੋਵੇ। ਬ੍ਰਹਮ ਗਿਆਨ ਲੈ ਬੁੱਧ ਸਭ ਕੋਏ। ਜਿਹਦੇ ਹਿਰਦੇ 'ਚੋਂ ਵੀ ਬ੍ਰਹਮ ਗਿਆਨ ਉਚਾਰਨ ਹੁੰਦਾ ਹੈ, ਸੱਚ ਜਾਣਿਓ ਇਹ ਪਰਮੇਸ਼ਰ ਦੀਆਂ ਸਿਫਤਾਂ ਨੇ। ਸਾਧ ਸੰਗਤ ਇਹ ਚਾਹਵੇ ਤੇ ਜਿੱਥੇ ਆਮ ਆਪਾਂ ਭਾਈ ਗੁਰਦਾਸ ਜੀ ਦੇ ਬਚਨ ਪੜ੍ਹਦੇ ਨਾ, ਘਰ ਹਰਨਾਕਸ਼ ਦੈਂਤ ਦੇ ਕੱਲਰ, ਕਵਲ ਭਗਤ ਪ੍ਰਹਿਲਾਦ, ਜਿਹੜੇ ਕੱਲਰ ਦੇ ਵਿੱਚ ਕਹਿੰਦੇ ਸੀ ਕੋਈ ਚੀਜ਼ ਪੈਦਾ ਨਹੀਂ ਹੁੰਦੀ, ਰੱਬ ਚਾਹਵੇ ਕੱਲਰ ਵਿੱਚ ਕਵਲ ਪੈਦਾ ਕਰ ਸਕਦਾ ਹੈ। ਹਰਨਾਕਸ਼ ਜਿਹਦੇ ਘਰ ਵਿੱਚ ਰੱਬ ਦਾ ਭਗਤ ਪੈਦਾ ਹੋ ਗਿਆ, ਬੰਦਗੀ ਕਰਨ ਵਾਲਾ, ਉਹ ਕਿੱਥੇ ਕਿਹੜੀ ਥਾਂ ਤੇ ਬੰਦਗੀ ਕਰਨ ਵਾਲੇ ਪੈਦਾ ਕਰਦੇ, ਕਿਹੜੀ ਭਾਸ਼ਾ ਬੋਲਣ ਵਾਲਿਆਂ ਵਿੱਚ ਪੈਦਾ ਕਰਦੇ, ਕਿਹੜੇ ਦੇਸ਼ 'ਚ ਰਹਿਣ ਵਾਲਿਆਂ 'ਚ ਪੈਦਾ ਕਰਦੇ। ਜਦੋਂ ਪਰਮੇਸ਼ਰ ਹਰ ਥਾਂ ਤੇ ਹੈ ਤੇ ਉਹਦੇ ਬ੍ਰਹਮ ਗਿਆਨ ਦੀ ਅਵਸਥਾ ਵੀ ਹਰ ਥਾਂ ਤੋਂ ਪ੍ਰਗਟ ਹੋਈ। ਉਹ ਵੇਖੋ ਕਿੱਥੇ ਯੂਪੀ ਦੀ ਧਰਤੀ, ਬਨਾਰਸ ਦੀ ਧਰਤੀ ਤੇ ਰਹਿਣ ਵਾਲੇ ਭਗਤ ਰਵਿਦਾਸ ਜੀ, ਚਮੜੇ ਦਾ ਕੰਮ ਕਰਨ ਵਾਲੇ, ਉਹਨਾਂ ਦੇ ਵਿੱਚੋਂ ਪ੍ਰਗਟ ਹੋਈ। ਜੁਲਾਏ ਦਾ ਕੰਮ ਕਰਨ ਵਾਲੇ ਭਗਤ ਕਬੀਰ ਜੀ ਦੇ ਅੰਦਰੋਂ ਉਹ ਗਿਆਨ ਪ੍ਰਗਟ ਹੋਇਆ। ਕਿਤੇ ਸ਼ਿੰਬੇ ਪਰਿਵਾਰ ਦੇ ਵਿੱਚੋਂ ਭਗਤ ਨਾਮਦੇਵ ਜੀ ਉਹਨਾਂ ਵਿੱਚੋਂ ਪ੍ਰਗਟ ਹੁੰਦਾ ਹੈ। ਕਿਤੇ ਬੰਗਾਲ, ਮਹਾਰਾਸ਼ਟਰ ਦੀ ਧਰਤੀ ਭਗਤ ਨਾਮਦੇਵ ਜੀ, ਬੰਗਾਲ ਦੀ ਧਰਤੀ ਭਗਤ ਜੈਦੇਵ ਜੀ, ਇਸੇ ਤਰ੍ਹਾਂ ਰਾਜਸਥਾਨ ਦੀ ਧਰਤੀ ਤੋਂ ਭਗਤ ਧੰਨਾ ਜੀ, ਪੰਜਾਬ ਦੀ ਧਰਤੀ ਪਹਿਲਾਂ ਬਾਬਾ ਫਰੀਦ ਜੀ, ਗੁਰੂ ਸਾਹਿਬ ਮਹਾਰਾਜ। ਇਹ ਕਿਤਿਓਂ ਵੀ ਉਹ ਬ੍ਰਹਮ ਗਿਆਨ ਪ੍ਰਗਟ ਹੋ ਸਕਦਾ ਹੈ, ਕਿਸੇ ਤੋਂ ਵੀ ਉਹ ਜਾਤ ਵਰਨ ਨਹੀਂ ਵੇਖਦਾ ਹੈ। ਇਹ ਬ੍ਰਹਮ ਗਿਆਨ ਪਰਮੇਸ਼ਰ ਕਿਸੇ ਵੀ ਸਥਾਨ ਤੋਂ ਪ੍ਰਗਟ ਕਰਵਾਉਂਦਾ ਹੈ। ਸੁਰ ਬਾਣੀ ਤੁਮ ਪ੍ਰਥਮ ਵਿਚਾਰੋ। ਕਹਿਣ ਲੱਗੇ ਤੁਸੀਂ ਦੇਵਤਿਆਂ ਦੀ ਬਾਣੀ ਨੂੰ ਮਹਾਨ ਕਰਕੇ ਵਿਚਾਰਦੇ ਹੋ। ਉਨ ਭਾਖਾ ਮੈਂ ਅਰਥ ਉਚਾਰੋ। ਬੜੀ ਸੁੰਦਰ ਉਦਾਹਰਣ ਦੇ ਕੇ ਸਮਝਾਉਂਦੇ ਨੇ। ਜਿਹੜੇ ਕਹਿੰਦੇ ਸੀ ਇਹ ਤੇ ਆਮ ਜੀ ਬੋਲਚਾਲ ਵਾਲੀ ਭਾਸ਼ਾ ਹੈ, ਇਹਦੇ 'ਚ ਵੀ ਗਿਆਨ ਹੋ ਸਕਦਾ। ਤੇ ਭਾਈ ਮਾਧੋ ਜੀ ਸਮਝਾਉਂਦੇ ਨੇ, ਫਿਰ ਸੁਣਿਓ ਧਿਆਨ ਨਾਲ। ਕਹਿੰਦੇ ਜਿਵੇਂ ਤੁਸੀਂ ਪ੍ਰਥਮ ਮਹਾਨ ਪਹਿਲਾਂ ਤੇ ਸੁਰਬਾਣੀ ਦੇਵਤਿਆਂ ਦੀ ਬਾਣੀ ਸੰਸਕ੍ਰਿਤ ਪੜ੍ਹ ਕੇ ਉਹਦੇ ਸ਼ਲੋਕ ਪੜ੍ਹਦੇ ਹੋ,
ਫਿਰ ਸ਼ਲੋਕ ਪੜ੍ਹ ਕੇ ਜਦੋਂ ਕਿਸੇ ਨੂੰ ਸਮਝ ਨਹੀਂ ਨਾ ਆਉਂਦੀ, ਫਿਰ ਤੁਸੀਂ ਆਮ ਜੀ ਭਾਸ਼ਾ ਦੇ ਵਿੱਚ ਲੋਕ ਭਾਸ਼ਾ, ਜਿਹਨੂੰ ਤੁਸੀਂ ਕਹਿੰਦੇ ਲੋਕ ਭਾਸ਼ਾ, ਆਮ ਭਾਸ਼ਾ, ਪੁੰਨ ਭਾਖਾਂ ਮੈਂ ਅਰਥ ਉਚਾਰੋ, ਫਿਰ ਉਹਦੇ ਵਿੱਚ ਅਰਥ ਉਚਾਰ ਕੇ ਤੁਸੀਂ ਦੂਸਰਿਆਂ ਨੂੰ ਦੱਸ ਦਿਓ। ਕਹਿੰਦੇ ਲੋਕਾਂ ਤੱਕ, ਲੋਕਾਈ ਤੱਕ ਉਹ ਗਿਆਨ ਪਹੁੰਚਾਉਣ ਵਾਸਤੇ ਸਹਾਰਾ ਤੇ ਫਿਰ ਵੀ ਤੁਹਾਨੂੰ ਲੋਕ ਭਾਸ਼ਾ ਦਾ ਹੀ ਲੈਣਾ ਪੈਂਦਾ ਹੈ। ਭਾਖਾ ਬਿਨ ਜੋ ਕਾਮ ਤੁਹਾਰਾ। ਕਹਿੰਦੇ ਜਿਹਨੂੰ ਤੁਸੀਂ ਕਹਿੰਦੇ ਲੋਕ ਭਾਸ਼ਾ, ਇੱਕ ਪਾਸੇ ਦੇਵ ਬਾਣੀ, ਪਰ ਦੇਵ ਬਾਣੀ ਦੀ ਵੀ ਗੱਲ ਫਿਰ ਲੋਕ ਭਾਸ਼ਾ 'ਚ ਹੀ ਦੱਸਣੀ ਪੈਂਦੀ। ਉਹ ਦੱਸਣ ਵਾਸਤੇ ਭਾਖਾ ਤੋਂ ਬਗੈਰ, ਲੋਕ ਭਾਸ਼ਾ ਤੋਂ ਬਗੈਰ ਤੇ ਤੁਹਾਡਾ ਕੰਮ ਤਾਂ ਵੀ ਨਹੀਂ ਚੱਲਦਾ ਹੈ। ਪੂਰਨ ਭਇਓ ਨਾ ਲਿਹੋ ਵਿਚਾਰਾ। ਕਹਿੰਦੇ ਫਿਰ ਇਹ ਚੰਗੀ ਤਰ੍ਹਾਂ ਵਿਚਾਰ ਲਓ, ਇਹ ਭਾਸ਼ਾ ਤੋਂ ਬਗੈਰ, ਜਿਹਨੂੰ ਲੋਕ ਭਾਸ਼ਾ ਕਹਿ ਕੇ ਨਿੰਦਦੇ ਹੋ, ਇਹਦੇ ਤੋਂ ਬਗੈਰ ਤੇ ਤੁਹਾਡਾ ਵੀ ਕੰਮ ਨਹੀਂ ਚੱਲਦਾ। ਪਹਿਲਾਂ ਸੰਸਕ੍ਰਿਤ ਪੜ੍ਹਦੇ ਹੋ, ਜਦੋਂ ਨਹੀਂ ਸਮਝ ਆਉਂਦੀ ਇਹਦੇ ਅਰਥ ਸਮਝਾਉਣ ਵਾਸਤੇ ਸਹਾਰਾ ਕਿਹਦਾ ਲੈਂਦੇ ਹੋ? ਲੋਕ ਭਾਸ਼ਾ ਦਾ ਹੀ ਸਹਾਰਾ ਲੈਂਦੇ ਹੋ। ਸਤਨਾਮ ਫਲਦਾਇਕ ਚਾਰ। ਇਸੇ ਤਰ੍ਹਾਂ ਕਹਿੰਦੇ ਜਿਹੜਾ ਪਰਮੇਸ਼ਰ ਦਾ ਨਾਮ ਹੈ, ਫਲ ਦੇਣ ਵਾਲਾ, ਸੁੱਖਾਂ ਨੂੰ ਬਖਸ਼ਣ ਵਾਲਾ ਹੈ, ਇਹਦੀ ਇਹ ਮਹਾਨਤਾ ਹੈ। ਗੁਰਮੁਖ ਸਿਮਰਹਿ ਹੋਏ ਉਧਾਰ। ਜਿਹੜੇ ਗੁਰਮੁਖ ਨੇ ਨਾ, ਉਹ ਪਰਮੇਸ਼ਰ ਦਾ ਨਾਮ ਸਿਮਰਦੇ ਨੇ। ਕਹਿੰਦੇ ਜਿਵੇਂ ਤੁਸੀਂ ਲੋਕ ਭਾਸ਼ਾ ਵਰਤ ਕੇ ਉਸ ਭਾਸ਼ਾ ਦੇ ਵਿੱਚ ਜਿਹੜਾ ਉਹ ਦੇਵ ਬਾਣੀ ਦਾ ਗਿਆਨ ਦਿੰਦੇ ਹੋ, ਸਤਿਗੁਰ ਪਾਤਸ਼ਾਹ ਮਹਾਰਾਜ ਜੀ ਨੇ ਉਹ ਬ੍ਰਹਮ ਗਿਆਨ, ਰੱਬੀ ਗਿਆਨ ਆਮ ਬੋਲ ਚਾਲ ਦੀ ਭਾਸ਼ਾ ਵਿੱਚ ਬਖਸ਼ਿਆ। ਇਸੇ ਤਰੀਕੇ ਨਾਲ ਹੋਰ ਵੀ ਬੜੀਆਂ ਉਦਾਹਰਣਾਂ ਦੇ ਕਰਕੇ ਭਾਈ ਮਾਧੋ ਜੀ ਇਹ ਰੱਬੀ ਬਾਣੀ, ਧੁਰਕੀ ਬਾਣੀ ਦੀ ਬਰਕਤ ਦੱਸਦੇ ਨੇ। ਚੇਤੇ ਰੱਖਿਓ, ਗੁਰੂ ਕੀ ਗੋਦ ਵਿੱਚ ਬੈਠੇ ਆ। ਦੁਨੀਆ 'ਚ ਬਹੁਤ ਸਾਰੇ ਧਰਮ ਗ੍ਰੰਥ ਨੇ, ਵੱਖ-ਵੱਖ ਭਾਸ਼ਾਵਾਂ ਵਿੱਚ ਲਿਖੇ ਗਏ ਨੇ, ਸਾਰੇ ਸਤਿਕਾਰਯੋਗ ਨੇ, ਜਿਨ੍ਹਾਂ ਵਿੱਚ ਰੱਬ ਦੇ ਬਾਰੇ ਵਿੱਚ ਗਿਆਨ ਚਰਚਾ ਮਿਲੇਗੀ। ਤੇ ਪ੍ਰਿੰਸੀਪਲ ਸਤਬੀਰ ਸਿੰਘ ਜੀ ਨੇ ਇੱਕ ਥਾਂ ਲਿਖਿਆ, ਕਹਿੰਦੇ ਦੁਨੀਆ ਦੇ ਧਰਮ ਗ੍ਰੰਥ ਸਾਰਿਆਂ ਵਿੱਚ ਰੱਬ ਦੇ ਬਾਰੇ ਵਿੱਚ ਚਰਚਾ ਮਿਲਦੀ ਹੈ, ਪਰ ਚੇਤੇ ਰੱਖਿਓ ਰੱਬ ਦੇ ਬਾਰੇ ਵਿੱਚ ਤੇ ਬਹੁਤ ਗ੍ਰੰਥਾਂ 'ਚ ਪਤਾ ਲੱਗੇਗਾ, ਪਰ ਰੱਬ ਨਾਲ ਸਿੱਧੀਆਂ ਗੱਲਾਂ ਕਰਨੀਆਂ ਨੇ ਤੇ ਫਿਰ ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਰਾਹੀਂ ਤੁਹਾਡੀਆਂ ਰੱਬ ਨਾਲ ਸਿੱਧੀਆਂ ਗੱਲਾਂ ਹੋਣਗੀਆਂ। ਗੁਰੂ ਬਾਣੀ ਪਰਮੇਸ਼ਰ ਨਾਲ ਸਿੱਧੀਆਂ ਗੱਲਾਂ ਕਰਾਉਂਦੀ ਹੈ। ਤੂੰ ਕਰਤਾ ਸਚਿਆਰ ਮੈਂਡਾ ਸਾਈਂ, ਸਿੱਧੀਆਂ ਰੱਬ ਨਾਲ ਗੱਲਾਂ, ਪਰਮੇਸ਼ਰ ਨਾਲ ਗੱਲਾਂ ਕਿਸੇ ਨੇ ਕਰਨੀਆਂ, ਪਿਆਰ ਨਾਲ ਬਾਣੀ ਪੜ੍ਹੇ ਸੁਣੇ, ਉਹਦੀਆਂ ਰੱਬ ਨਾਲ ਗੱਲਾਂ ਹੋਣਗੀਆਂ। ਜਿਵੇਂ ਫਿਰ ਬਾਣੀ ਦੀ ਵਡਿਆਈ ਭਾਈ ਮਾਧੋ ਜੀ ਨੇ ਪ੍ਰਗਟ ਕੀਤੀ, ਇਸੇ ਤਰ੍ਹਾਂ ਭਾਈ ਰੂਪ ਚੰਦ ਜੀ, ਭਾਈ ਭੀਵਾ ਜੀ ਸਰਹੰਦ ਦੇ ਸਿੱਖ ਜਿਹੜੇ ਸ਼ਾਹੂਕਾਰਾ ਕਰਦੇ ਹੈ, ਉਹ ਉਹਨਾਂ ਦੀ ਕਿਵੇਂ ਸਾਖੀ ਆਉਂਦੀ ਹੈ, ਜੋ ਸਤਿਗੁਰ ਪਾਤਸ਼ਾਹ ਮਹਾਰਾਜ ਕਿਵੇਂ ਤਪਦੇ ਕੜਾਹੇ ਵਿੱਚ ਵੀ ਉਹਨਾਂ ਦੀ ਪੈਜ ਰੱਖਦੇ ਆ। ਪ੍ਰਸੰਗ ਕੱਲ ਦੇ ਦੀਵਾਨ ਵਿੱਚ ਆਪ ਜੀ ਨਾਲ ਸਾਂਝਾ ਕੀਤਾ ਜਾਏਗਾ। ਇੰਨੀਆਂ ਕੋ ਬੇਨਤੀਆਂ ਦੇ ਨਾਲ ਇੱਥੇ ਹੀ ਖਿਮਾ ਦੇ ਜਾਚਕ ਹੈ। ਸਤਿਗੁਰੂ ਸਭ ਦੀ ਹਾਜ਼ਰੀ ਸੇਵਾਦਾਰ ਤੇ ਪ੍ਰਵਾਨ ਕਰਨ। ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੀਏ। ਪਿਆਰ ਨਾਲ ਸਾਰੇ ਆਖੋ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਈਏ ਜੀ। ਸਤਨਾਮ ਫਲਦਾਇਕ ਚਾਰ, ਗੁਰਮੁਖ ਸਿਮਰਹਿ ਹੋਏ ਉਧਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।